ਸਾਇਲੈਂਟ ਅਟੈਕ ਦੇ ਕੀ ਸਿੰਪਟਮਸ ਹੋ ਸਕਦੇ ਆ? ਜਿਹੜਾ ਇਹ ਅਟੈਕ ਹੁੰਦਾ ਹੈ ਇਹ ਕਿਤੇ ਨਾ ਕਿਤੇ ਆਪਣੇ ਲੱਛਣ ਦੇ ਰਿਹਾ ਹੁੰਦਾ ਹੈ, ਕਿਤੇ ਨਾ ਕਿਤੇ ਦਸਤਕ ਆਈ ਹੁੰਦੀ ਹੈ ਕਿ ਸਾਹ ਚੜ ਰਿਹਾ ਹੈ ਜਾਂ ਬਾਂਹ ਦੇ ਵਿੱਚ ਦਰਦ ਹੋ ਰਿਹਾ ਹੈ। ਮਰੀਜ਼ ਆਪਦੇ ਇਹਨਾਂ ਲੱਛਣਾਂ ਨੂੰ ਆਪਦੀ ਉਮਰ ਜਾਂ ਆਪਦੇ ਬਿਜ਼ੀ ਹੋਣ ਕਾਰਨ, ਆਪਦੇ ਕੰਮਾਂ ਕਾਰਾਂ 'ਚ ਲੱਗੇ ਹੋਣ ਕਾਰਨ ਜਾਂ ਕਿਸੇ ਵੀ ਹੋਰ ਕਾਰਨ ਉਹ ਆਪਦੀ ਹੈਲਥ ਨੂੰ ਇਗਨੋਰ ਕਰ ਦਿੰਦਾ। ਕੋਈ ਵੀ ਹਾਰਟ ਰਿਲੇਟਡ ਬਿਮਾਰੀ ਹੁੰਦੀ ਹੈ ਤਾਂ ਇਹ ਆਮ ਬੰਦੇ ਦੇ ਦਿਮਾਗ ਦੇ ਵਿੱਚ ਸਟੈਂਟਿੰਗ ਆਉਂਦੀ ਹੈ ਸਿਰਫ, ਕੀ ਇਹੀ ਇਹਦਾ ਇਲਾਜ ਹੈ? ਸਾਡੀ ਕਾਰਡੀਓਲੋਜੀ ਦੇ ਵਿੱਚ ਖੂਨ ਪਤਲਾ ਕਰਨ ਦੀ ਦਵਾਈ, ਚਿਕਨਾਈ ਨੂੰ ਘਟਾਉਣ ਵਾਲੀ ਦਵਾਈ ਤੇ ਮਰੀਜ਼ ਦੇ ਲੱਛਣਾਂ ਨੂੰ ਘਟਾਉਣ ਦੀ ਦਵਾਈ, ਇਹਨੂੰ ਅਸੀਂ ਆਪਟੀਮਾਈਜ਼ਡ ਮੈਡੀਕਲ ਥੈਰੇਪੀ ਕਹਿੰਦੇ। ਅਸੀਂ ਉਹ ਮਰੀਜ਼ ਦੀ ਸਟਾਰਟ ਕਰਤੀ। ਅੱਜ 5 ਸਾਲ ਹੋ ਗਏ ਨੇ ਵੀਰ ਜੀ, ਉਹਨਾਂ ਨੂੰ ਐਂਜੀਓਗ੍ਰਾਫੀ ਦੀ ਜ਼ਰੂਰਤ ਹੀ ਨਹੀਂ ਪਈ। ਹਾਰਟ ਫੇਲਰ ਕੀ ਹੈ, ਹਾਰਟ ਅਟੈਕ ਕੀ ਹੈ? ਸੁਣਨ ਬੜਾ ਕਾਮਨ ਲੱਗਦਾ ਕਿ ਦੋਨੋਂ ਚੀਜ਼ਾਂ ਸੇਮ ਹੀ ਨੇ। ਕਿ ਹਰ ਚੈਸਟ ਪੇਨ ਹਾਰਟ ਫੇਲਰ ਦਾ ਸਿੰਬਲ ਹੁੰਦੀ ਹੈ? ਆਮ ਬੰਦੇ ਨੂੰ ਕਿਵੇਂ ਪਤਾ ਲੱਗੂਗਾ ਕਿ ਉਹਦਾ ਖੂਨ ਗਾੜਾ ਹੈ ਜਾਂ ਉਹਦਾ ਖੂਨ ਪਤਲਾ ਹੈ? ਕਿ ਖੂਨ ਜਿਹੜਾ ਗਾੜਾ ਹੁੰਦਾ ਹੈਗਾ ਇਹ ਜ਼ਿਆਦਾ ਲੀਡ ਕਰਦਾ ਹੈਗਾ ਕਿ ਹਾਰਟ ਅਟੈਕ ਆਉਂਦਾ ਜਾਂ ਹਾਰਟ ਦੀਆਂ ਡਿਜ਼ੀਜ਼ ਨੂੰ ਜ਼ਿਆਦਾ ਇਹ ਮਤਲਬ ਪੈਦਾ ਕਰਦਾ ਹੈਗਾ। ਜ਼ਰੂਰੀ ਨਹੀਂ ਹੈ ਕਿ ਜਿਹੜਾ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਉਹਨੂੰ ਨਾਲ ਹਾਰਟ ਫੇਲੀਅਰ ਵੀ ਹੈਗਾ। ਬਾਹਰਲੇ ਮੁਲਕਾਂ ਦੇ ਵਿੱਚ ਗਏ ਸੀ ਨੌਜਵਾਨ ਔਰ ਉਹਨਾਂ ਦੀ ਮੌਤ ਹੋ ਜਾਂਦੀ ਹਾਰਟ ਅਟੈਕ ਦੇ ਨਾਲ। ਹਾਲਾਂਕਿ ਉਹਨਾਂ ਦੀ ਏਜ ਵੀ ਜੇ ਆਪਾਂ ਦੇਖੀਏ ਤਾਂ 21-22 ਸਾਲ ਤੋਂ ਲੈ ਕੇ 26-27 ਸਾਲ ਤੱਕ ਦੀ ਹੁੰਦੀ ਹੈਗੀ। ਹਾਰਟ ਦੀ ਪੰਪਿੰਗ ਜਿਹੜੀ ਹੁੰਦੀ ਹੈ ਉਹ ਨਾਰਮਲੀ 55 ਤੋਂ 70% ਬੈਠੇ ਤੇ, ਉਹ ਅਗਰ ਘਟ ਜਾਏ 40% ਤੋਂ ਨੀਚੇ ਚਲੀ ਜਾਏ ਤਾਂ ਉਹ ਕਿਸੇ ਨਾ ਕਿਸੇ ਰੀਜ਼ਨ ਕਾਰਨ ਪੇਸ਼ੈਂਟ ਦੇ ਲੰਗਸ ਦੇ ਵਿੱਚ ਪਾਣੀ ਇਕੱਠਾ ਕਰ ਸਕਦੀ ਹੈ, ਜਿਹਦੇ ਕਾਰਨ ਮਰੀਜ਼ ਨੂੰ ਸਾਹ ਨਹੀਂ ਆਉਂਦਾ ਤੇ ਉਹ ਪੇਸ਼ੈਂਟ ਨੂੰ ਇਮੀਡੀਏਟਲੀ ਸਾਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਹਾਰਟ ਫੇਲੀਅਰ ਲਈ। ਜਿਹੜਾ ਸਟ੍ਰੈਸ ਲੈਵਲ ਹੈ ਡਿਊ ਟੂ ਐਕਸਪੋਜ਼ਰ ਟੂ ਲੋਟ ਆਫ ਸੋਸ਼ਲ ਮੀਡੀਆ, ਨਾ ਸਕਰੀਨ ਟਾਈਮ ਵੱਧ ਗਿਆ, ਮੋਬਾਈਲ ਫੋਨ ਅਵੇਲੇਬਿਲਿਟੀ, ਐਵਰੀਥਿੰਗ, ਇਹ ਜਿਹੜੀਆਂ ਇਹਨਾਂ ਚੀਜ਼ਾਂ ਕਰ ਰਹੀਆਂ ਵਰਕ ਜਾਂ ਪ੍ਰੋਫੈਸ਼ਨ ਦੀ ਜਾਂ ਕੰਮ ਕਾਰ ਦੇ ਉੱਤੇ ਜਾਂ ਬਿਜ਼ਨਸ ਨੂੰ ਲੈ ਕੇ ਸਟ੍ਰੈਸ ਲੈਵਲ ਵਧਣ ਕਾਰਨ ਖੂਨ ਗਾਲਾ ਹੋਣ ਦੀ ਚਾਂਸਿਸ ਜ਼ਿਆਦਾ ਹੈ। ਜਿਹਨੂੰ ਅਸੀਂ 10 ਸਾਲ ਹੋ ਗਏ ਦਵਾਈ ਦੇ ਰਹੇ ਹਾਂ, ਉਹ ਦਵਾਈ ਤੇ ਤੰਦਰੁਸਤ ਚੱਲ ਰਿਹਾ ਸੀ, ਅੱਜ ਜਾ ਕੇ ਉਹਦੀ ਦਵਾਈ ਮੈਕਸਿਮਮ ਡੋਜ਼ ਦੇ ਉੱਤੇ ਵੀ ਉਹਦੇ ਲੱਛਣਾਂ ਨੂੰ ਦੂਰ ਨਹੀਂ ਕਰ ਰਹੀ, ਲੱਛਣ ਦੁਬਾਰਾ ਵਾਪਸ ਆ ਗਏ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਅੰਦਰ ਦਵਾਈ ਜਿਹੜੀ ਬਿਮਾਰੀ ਹੈ ਹਾਰਟ ਦੀ ਬਲੋਕੇਜ ਉਹ ਹੱਦ ਨਾਲੋਂ ਵੱਧ ਗਈ ਹੈ। ਇਕੱਲੀਆਂ ਦਵਾਈਆਂ ਨਾਲ ਨਹੀਂ ਸਰ ਸਕਦਾ, ਉਹਦੀ ਤੁਸੀਂ ਐਂਜੀਓਗ੍ਰਾਫੀ ਕਰਦੇ ਹੋ ਤੇ ਜੇ ਰਿਕੁਆਇਰਡ ਹੈ ਸਟੈਂਟਿੰਗ ਬਾਈਪਾਸ ਐਡਵਾਈਸ ਕਰਦੇ ਹੋ। ਇਹ ਜਿਹੜੇ ਅਨਹੈਲਦੀ ਲਾਈਫ ਸਟਾਈਲ ਹੋ ਗਿਆ, ਜੰਕ ਫੂਡ ਜਿਹੜਾ ਹੈ ਨਾ ਬਾਹਰੋਂ ਪੀਜ਼ਾ 버ਗਰ ਖਾਣਾ, ਆਪਣੇ ਸ਼ਡਿਊਲ ਚੋਂ ਆਪਣੀ ਸਿਹਤ ਵਾਸਤੇ ਦਿਨ ਦੇ ਵਿੱਚ 24 ਘੰਟਿਆਂ ਚੋਂ 1 ਘੰਟਾ ਕੱਢਣਾ ਕੋਈ ਔਖਾ ਕੰਮ ਨਹੀਂ ਹੈ। ਸਿਰਫ ਤੁਹਾਨੂੰ ਆਪਣੇ ਆਪ ਨੂੰ ਡਿਸਿਪਲਿਨ ਕਰਨਾ ਪਊਗਾ। ਤੁਸੀਂ 1 ਘੰਟਾ ਕੱਢ ਕੇ ਵਾਕ ਕਰੋ, ਸਾਈਕਲਿੰਗ ਕਰੋ, ਜੋਗਿੰਗ ਕਰੋ, ਵਟਐਵਰ ਯੂ ਫੀਲ ਲਾਈਕ ਕੰਫਰਟੇਬਲ ਤੁਸੀਂ ਉਹਨੂੰ ਕਰੋ। ਹਾਰਟ ਅਟੈਕ ਔਰ ਹਾਰਟ ਫੇਲੀਅਰ ਇਹ ਦੋ ਟਰਮ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਨਿਤ ਖਬਰਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ, ਚਾਹੇ ਕੋਈ ਯੂਥ ਹੋਵੇ ਜਾਂ ਕੋਈ ਪੁਰਾਣਾ ਬਜ਼ੁਰਗ ਹੋਵੇ ਤਾਂ ਦੱਸਦੇ ਕਿ ਅਜਿਹੇ ਮਾਮਲਿਆਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਆਖਿਰਕਾਰ ਹਾਰਟ ਫੇਲਰ ਜਾਂ ਹਾਰਟ ਅਟੈਕ ਕੀ ਹੁੰਦਾ ਹੈ, ਇਹਨਾਂ ਦੇ ਵਿੱਚ ਕੀ ਫਰਕ ਹੈ, ਤਾਂ ਇਹ ਸਭ ਨੂੰ ਸਮਝਣ ਦੇ ਲਈ ਅੱਜ ਸਾਡੇ ਨਾਲ ਆਰਪੀ ਸਿੰਘ ਕਾਰਡੀਓਲੋਜਿਸਟ ਨੇ ਔਰ ਨਾਲ ਹੀ ਉਹਨਾਂ ਦੇ ਨਾਲ ਪੂਰੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਹਾਰਟ ਫੇਲਰ ਕੀ ਹੁੰਦਾ ਹੈ, ਚੈਸਟ ਪੇਨ ਕੀ ਹੁੰਦਾ ਹੈ ਔਰ ਹਾਰਟ ਅਟੈਕ ਕੀ ਹੁੰਦਾ ਹੈ। ਸਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ। ਥੈਂਕ ਯੂ ਜੀ। ਸਰ ਜਿਵੇਂ ਮੈਂ ਸ਼ੁਰੂ ਕੀਤਾ ਕਿ ਹਾਰਟ ਅਟੈਕ ਔਰ ਹਾਰਟ ਫੇਲਰ, ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਡਿਫਰੈਂਸ਼ੀਏਟ ਕਿਵੇਂ ਕਰ ਸਕਦੇ ਹਾਂ ਕਿ ਹਾਰਟ ਫੇਲਰ ਕੀ ਹੈ, ਹਾਰਟ ਅਟੈਕ ਕੀ ਹੈ? ਸੁਣਨ ਬੜਾ ਕਾਮਨ ਲੱਗਦਾ ਕਿ ਦੋਨੋਂ ਚੀਜ਼ਾਂ ਸੇਮ ਹੀ ਨੇ। ਬਿਲਕੁਲ ਸਹੀ ਜੀ। ਇਹ ਮਿਥ ਹੈ, ਇੱਕ ਤਰ੍ਹਾਂ ਦਾ ਭੁਲੇਖਾ ਹੈ ਕਿ ਹਾਰਟ ਅਟੈਕ ਤੇ ਹਾਰਟ ਫੇਲੀਅਰ ਦੋਨੋਂ ਸੇਮ ਚੀਜ਼ਾਂ ਨੇ। ਇਹ ਦੋਨੋਂ ਸੇਮ ਚੀਜ਼ਾਂ ਨਹੀਂ ਹੈਗੀਆਂ। ਹਾਰਟ ਅਟੈਕ ਜਿਹਨੂੰ ਕਿ ਆਪਾਂ ਹਾਰਟ ਦੀਆਂ ਖੁਦ ਦੀਆਂ ਨਸਾਂ ਜਿਹੜੀਆਂ ਹਾਰਟ ਦੀ ਮਸਲ ਨੂੰ ਸਪਲਾਈ ਕਰਦੀਆਂ ਨੇ ਉਹਨਾਂ ਦੇ ਵਿੱਚ ਜਦੋਂ ਬਲੋਕੇਜਸ ਹੁੰਦੀ ਹੈ ਉਹਨਾਂ ਨੂੰ ਦਵਾਈਆਂ ਸਟੈਂਟ ਜਾਂ ਬਾਈਪਾਸ ਨਾਲ ਟ੍ਰੀਟ ਕੀਤਾ ਜਾਂਦਾ ਹੈ, ਉਹ ਹਾਰਟ ਅਟੈਕ ਮੰਨਿਆ ਜਾਂਦਾ ਹੈ। ਉਹ ਵੀ ਅਗਰ ਉਹ ਐਮਰਜੈਂਸੀ 'ਚ ਆਏ। ਲੇਕਿਨ ਹਾਰਟ ਫੇਲੀਅਰ ਜ਼ਰੂਰੀ ਨਹੀਂ ਹੈ ਕਿ ਜਿਹੜਾ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਉਹਨੂੰ ਨਾਲ ਹਾਰਟ ਫੇਲੀਅਰ ਵੀ ਹੈਗਾ। ਹਾਰਟ ਫੇਲੀਅਰ ਆਪਣੇ ਆਪ 'ਚ ਇੱਕ ਜਿਹੜੀ ਟਰਮ ਯੂਜ਼ ਕੀਤੀ ਜਾਂਦੀ ਹੈ, ਪੂਰੇ ਸਰੀਰ ਨੂੰ ਖੂਨ ਦੇਣ ਵਾਸਤੇ ਹਾਰਟ ਪੰਪ ਕਰਦਾ ਹੈ। ਹਾਰਟ ਦੀ ਪੰਪਿੰਗ ਜਿਹੜੀ ਹੁੰਦੀ ਹੈ ਉਹ ਨਾਰਮਲੀ 55 ਤੋਂ 70% ਬੈਠੇ ਤੇ,
ਜਦੋਂ ਅਸੀਂ ਰੈਸਟ ਤੇ ਹਾਂ ਉਦੋਂ 55 ਤੋਂ 70% ਹੁੰਦੀ ਹੈ। ਉਹ ਅਗਰ ਘਟ ਜਾਏ ਤੇ ਉਹ ਸਿਗਨੀਫੀਕੈਂਟਲੀ ਘਟ ਜਾਏ, 40% ਤੋਂ ਨੀਚੇ ਚਲੀ ਜਾਏ, ਤਾਂ ਉਹ ਕਿਸੇ ਨਾ ਕਿਸੇ ਰੀਜ਼ਨ ਕਾਰਨ ਪੇਸ਼ੈਂਟ ਦੇ ਲੰਗਸ ਦੇ ਵਿੱਚ ਪਾਣੀ ਇਕੱਠਾ ਕਰ ਸਕਦੀ ਹੈ, ਜਿਹਦੇ ਕਾਰਨ ਮਰੀਜ਼ ਨੂੰ ਸਾਹ ਨਹੀਂ ਆਉਂਦਾ ਤੇ ਉਹ ਪੇਸ਼ੈਂਟ ਨੂੰ ਇਮੀਡੀਏਟਲੀ ਸਾਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਹਾਰਟ ਫੇਲੀਅਰ ਲਈ। ਦੋਨਾਂ ਦੇ ਟ੍ਰੀਟਮੈਂਟ ਅਲੱਗ ਨੇ, ਦੋਨਾਂ ਦੇ ਕਾਜ਼ਜ਼ ਅਲੱਗ ਨੇ। ਟ੍ਰੀਟਮੈਂਟ ਹਾਰਟ ਅਟੈਕ ਦਾ ਜਿਵੇਂ ਅਸੀਂ ਡਿਸਕਸ ਕੀਤਾ ਵੀ ਸਟੈਂਟਿੰਗ, ਬਾਈਪਾਸ ਜਾਂ ਦਵਾਈਆਂ ਨੇ, ਤੇ ਹਾਰਟ ਫੇਲੀਅਰ ਦੇ ਵਿੱਚ ਮੈਜੋਰਿਟੀ ਤੌਰ ਦੇ ਉੱਤੇ ਦਵਾਈਆਂ ਇਲਾਜ ਕਰਦੀਆਂ ਨੇ। ਇਹ ਜਿਹੜੇ ਮਰੀਜ਼ ਨੂੰ ਹਾਰਟ ਅਟੈਕ ਆਇਆ, ਜਿਹਦੀਆਂ ਨਸਾਂ ਬੰਦ ਨੇ ਹਾਰਟ ਵਾਲੀਆਂ, ਉਹਨਾਂ ਨੂੰ ਵੀ ਹੋ ਸਕਦਾ ਹੈ ਹਾਰਟ ਫੇਲੀਅਰ। ਉਸ ਤੋਂ ਬਾਅਦ ਜਿਨ੍ਹਾਂ ਦਾ ਮਸਾ, ਹਾਰਟ ਦਾ ਮਸਾ ਆਪਣੇ ਆਪ ਕੁਦਰਤ ਵੱਲੋਂ ਕਮਜ਼ੋਰ ਹੈ, ਡਾਇਲੇਟਡ ਕਾਰਡੀਓਮਾਇਓਪੈਥੀ ਕਹਿੰਦੇ ਅਸੀਂ ਉਹਨਾਂ ਨੂੰ, ਉਹ ਮਰੀਜ਼ਾਂ ਨੂੰ ਵੀ ਹਾਰਟ ਫੇਲੀਅਰ ਹੋ ਸਕਦਾ ਹੈ। ਫਿਰ ਕਈ ਪੇਸ਼ੈਂਟਸ ਜਿਹੜੇ ਪ੍ਰੈਗਨੈਂਟ ਫੀਮੇਲਸ ਨੇ, ਉਹਨਾਂ ਦੇ ਵਿੱਚ ਜਦੋਂ ਬੱਚਾ ਹੋਣਾ ਹੁੰਦਾ ਉਸ ਟਾਈਮ ਤੇ ਵੀ, ਉਸ ਬੱਚਾ ਹੋਣ ਤੋਂ 3 ਮਹੀਨੇ ਪਹਿਲਾਂ ਤੇ ਬੱਚੇ ਹੋਣ ਤੋਂ 6 ਮਹੀਨੇ ਬਾਅਦ ਤੱਕ ਉਹਨਾਂ ਪੇਸ਼ੈਂਟਸ ਨੂੰ ਵੀ ਇਹ ਹਾਰਟ ਫੇਲੀਅਰ ਦੀ ਦਿੱਕਤ ਆ ਸਕਦੀ ਹੈ। ਸੋ ਇੱਕ ਅਲੱਗ ਐਂਟਾਈਟੀ ਹੈ, ਇਹ ਅਲੱਗ ਬਿਮਾਰੀ ਹੈ ਹਾਰਟ ਦੀ, ਟ੍ਰੀਟਮੈਂਟ ਅਲੱਗ ਹੈ। ਹਾਰਟ ਅਟੈਕ ਇੱਕ ਅਲੱਗ ਚੀਜ਼ ਹੈ ਜੋ ਕਿ ਕਾਮਨਲੀ ਅਸੀਂ ਸੁਣਦੇ ਹਾਂ ਕਿ ਸਟੈਂਟਿੰਗ ਜਾਂ ਦਵਾਈਆਂ ਦੇ ਨਾਲ। ਕਿਉਂਕਿ ਡਾਕਟਰ ਸਾਹਿਬ ਜੋ ਕੋਈ ਵੀ ਹਾਰਟ ਰਿਲੇਟਡ ਬਿਮਾਰੀ ਹੁੰਦੀ ਹੈ ਤਾਂ ਆਮ ਬੰਦੇ ਦੇ ਦਿਮਾਗ ਦੇ ਵਿੱਚ ਸਟੈਂਟਿੰਗ ਆਉਂਦੀ ਹੈ ਸਿਰਫ। ਇਹਨੂੰ ਕਿਵੇਂ ਮੰਨ ਲਓ ਆਪਾਂ ਕਿਉਰ ਕਿਵੇਂ ਹੋ ਸਕਦਾ ਹੈ ਕਿ ਇਹੀ ਇਹਦਾ ਇਲਾਜ ਹੈ? ਬਿਲਕੁਲ ਨਹੀਂ। ਸਟੈਂਟਿੰਗ ਹਾਰਟ ਦੀ ਬਲੋਕੇजेस ਜਾਂ ਹਾਰਟ ਦੇ ਹਰ ਬਿਮਾਰੀ ਦਾ ਇਲਾਜ ਸਟੈਂਟ ਨਹੀਂ ਹੁੰਦਾ। ਸੋ ਹਾਰਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ, ਲੇਕਿਨ ਜਿਹੜੀ ਕਾਮਨਲੀ ਪਾਈ ਜਾਂਦੀ ਹੈ ਉਹ ਹਾਰਟ ਦੀ ਨਸਾਂ ਦੀ ਬਲੋਕੇਜ ਪਾਈ ਜਾਂਦੀ ਹੈ। ਸੋ ਇਹਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇਹਦੇ ਦੋ ਹਿੱਸੇ ਨੇ, ਕਿ ਇੱਕ ਹਿੱਸਾ ਹੈ ਜਿਹਦੇ ਵਿੱਚ ਮੇਰੇ ਕੋਲ ਅੱਜ ਤੋਂ 5 ਸਾਲ ਪਹਿਲਾਂ ਇੱਕ ਪੇਸ਼ੈਂਟ ਆਉਂਦਾ ਹੈ ਜਿਹਦੀ ਉਮਰ 55 ਸਾਲ ਹੈ। ਉਹ ਆਪਣਾ ਪ੍ਰੀਵੈਂਟਿਵ ਚੈੱਕਅਪ ਕਰਵਾਉਣ ਆਏ ਸੀ, ਉਹ ਅੰਮ੍ਰਿਤਸਰ ਤੋਂ ਆਏ ਸੀਗੇ ਚੰਡੀਗੜ੍ਹ ਮੇਰੇ ਕੋਲ। ਉਹਨਾਂ ਨੇ ਆਪਣਾ ਕਿਹਾ ਡਾਕਟਰ ਸਾਹਿਬ ਸਾਡਾ ਚੈੱਕ ਕਰੋ। ਮੈਂ ਉਹਨਾਂ ਦੀ ECG ਕੀਤੀ, ਈਕੋ ਕੀਤੀ, ਨਾਰਮਲ। ਉਹਨਾਂ ਦੀ ਜਦੋਂ ਮੈਂ TMT ਕੀਤੀ ਉਹਦੇ ਵਿੱਚ ਥੋੜੀ ਦਿੱਕਤ ਆਈ, ਮੈਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਐਂਜੀਓਗ੍ਰਾਫੀ ਕਰਵਾਓ। ਉਹ ਕਹਿੰਦੇ ਸੀ ਡਾਕਟਰ ਸਾਹਿਬ ਅਸੀਂ ਇਨਵੇਸਿਵ ਪ੍ਰੋਸੀਜਰ ਆਪਣਾ ਅਸੀਂ ਤਾਰ ਪਵਾ ਕੇ ਐਂਜੀਓਗ੍ਰਾਫੀ ਨਹੀਂ ਕਰਾਉਣਾ ਚਾਹੁੰਦੇ। ਤਾਂ ਮੈਂ ਉਹਨਾਂ ਦਾ ਕਿਹਾ ਕਿ ਠੀਕ ਹੈ, ਇਟ ਇਜ਼ ਨਾਟ ਐਮਰਜੈਂਸੀ ਫॉर ਯੂ, ਮੈਂ ਤੁਹਾਨੂੰ ਦਵਾਈਆਂ ਪਾ ਕੇ ਦਿੰਦਾ, ਤੁਸੀਂ ਦਵਾਈਆਂ ਨਾਲ ਜੇ ਤੁਹਾਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ ਤਾਂ ਇਟਸ ਗੁੱਡ। ਸਾਡੀ ਕਾਰਡੀਓਲੋਜੀ ਦੇ ਵਿੱਚ ਖੂਨ ਪਤਲਾ ਕਰਨ ਦੀ ਦਵਾਈ, ਚਿਕਨਾਈ ਨੂੰ ਘਟਾਉਣ ਵਾਲੀ ਦਵਾਈ ਤੇ ਮਰੀਜ਼ ਦੇ ਲੱਛਣਾਂ ਨੂੰ ਘਟਾਉਣ ਦੀ ਦਵਾਈ, ਇਹਨੂੰ ਅਸੀਂ ਆਪਟੀਮਾਈਜ਼ਡ ਮੈਡੀਕਲ ਥੈਰੇਪੀ ਕਹਿੰਦੇ। ਅਸੀਂ ਉਹ ਮਰੀਜ਼ ਦੀ ਸਟਾਰਟ ਕਰਤੀ। ਅੱਜ 5 ਸਾਲ ਹੋ ਗਏ ਨੇ ਵੀਰ ਜੀ, ਉਹਨਾਂ ਨੂੰ ਐਂਜੀਓਗ੍ਰਾਫੀ ਦੀ ਜ਼ਰੂਰਤ ਹੀ ਨਹੀਂ ਪਈ। ਐਂਜੀਓਪਲਾਸਟੀ ਤਾਂ ਐਂਜੀਓਗ੍ਰਾਫੀ ਤੋਂ ਬਾਅਦ ਹੋਣੀ ਹੈ, ਬਿਲਕੁਲ, ਤੇ ਉਹਨਾਂ ਨੂੰ ਐਂਜੀਓਗ੍ਰਾਫੀ ਦੀ ਵੀ ਜ਼ਰੂਰਤ ਨਹੀਂ ਪਈ। ਸੋ ਉਹ ਸਟੇਬਲ ਹਾਰਟ ਡਿਜ਼ੀਜ਼, ਸਟੇਬਲ ਕੋਰਨਰੀ ਆਰਟਰੀ ਡਿਜ਼ੀਜ਼ 'ਚ ਫਾਲ ਕਰਦੇ ਨੇ। ਇੱਦਾਂ ਹੀ ਸਾਡੇ ਕੋਲ ਇੱਕ ਪੇਸ਼ੈਂਟ ਆਉਂਦਾ ਜਿਹਦੀ ਉਮਰ 35 ਸਾਲ ਹੈ। ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲੇ ਆਏ, ਉਹ ਐਮਰਜੈਂਸੀ ਦੇ ਵਿੱਚ ਰਾਤ ਨੂੰ 3 ਵਜੇ ਹੋਏ ਨੇ, ਉਹਨਾਂ ਦੇ ਛਾਤੀ 'ਚ ਦਰਦ ਹੋਇਆ। 15 ਮਿੰਟ 'ਚ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਹਸਪੀਟਲ ਦੀ ਐਮਰਜੈਂਸੀਜ਼ ਲੈ ਕੇ ਆਉਂਦਾ। ਉਹਨਾਂ ਦੀ ECG, ਈਕੋ ਦੋਨਾਂ 'ਚ ਦਿੱਕਤ ਸੀਗੀ। ਅਸੀਂ ਫੈਮਿਲੀ ਨੂੰ ਇਨਫੋਰਮ ਕੀਤਾ ਕਿ ਇਹ ਅਕਿਊਟ ਹਾਰਟ ਅਟੈਕ ਹੈ ਤੇ ਅਸੀਂ ਇਹਨਾਂ ਨੂੰ ਇਮੀਡੀਏਟਲੀ ਸਟੈਂਟਿੰਗ ਲਈ ਲੈ ਰਹੇ ਹਾਂ। ਸੋ ਵੈਨ ਪੇਸ਼ੈਂਟ, ਜਦੋਂ ਮਰੀਜ਼ ਨੂੰ ਅਕਿਊਟ ਹਾਰਟ ਅਟੈਕ ਹੈ, ECG ਚੇਂਜ ਹੈ, ਈਕੋ ਦੇ ਵਿੱਚ ਚੇਂਜਸ ਨੇ ਔਰ ਅਕਿਊਟ ਨੇ, ਤਾਂ ਪਹਿਲੇ 3 ਤੋਂ 24 ਘੰਟਿਆਂ ਦੇ ਅੰਦਰ ਜਿਹੜੀ ਨਸ ਬੰਦ ਆ ਉਹਨੂੰ ਖੋਲਾਂਗੇ ਤਾਂ ਜਿਹੜਾ ਹਾਰਟ ਦੇ ਮਸਲ ਦਾ ਹਿੱਸਾ ਚੱਲਣਾ ਬੰਦ ਹੋ ਗਿਆ, ਜਿੱਥੋਂ ਪੰਪਿੰਗ ਘਟੀ ਹੈ, ਉਹਦੀ ਰਿਕਵਰੀ ਲੰਬੇ ਸਮੇਂ ਤੇ ਜ਼ਿਆਦਾ ਵਧੀਆ ਚਾਂਸਸ ਨੇ। ਸੋ ਉਹ ਜਿਹੇ ਪੇਸ਼ੈਂਟ ਦੇ ਵਿੱਚ ਸਟੈਂਟਿੰਗ ਐਮਰਜੈਂਸੀ ਹੈ। ਸੇਮ ਅਗਰ ਸਾਡੇ ਕੋਲ 55 ਸਾਲ ਦਾ ਇੱਕ ਹੋਰ ਪੇਸ਼ੈਂਟ ਆਉਂਦਾ ਹੈ ਜਿਹਨੂੰ ਅਸੀਂ 10 ਸਾਲ ਹੋ ਗਏ ਦਵਾਈ ਦੇ ਰਹੇ ਹਾਂ, ਉਹ ਦਵਾਈ ਤੇ ਤੰਦਰੁਸਤ ਚੱਲ ਰਿਹਾ ਸੀ, ਅੱਜ ਜਾ ਕੇ ਉਹਦੀ ਦਵਾਈ ਮੈਕਸਿਮਮ ਡੋਜ਼ ਦੇ ਉੱਤੇ ਵੀ ਉਹਦੇ ਲੱਛਣਾਂ ਨੂੰ ਦੂਰ ਨਹੀਂ ਕਰ ਰਹੀ, ਲੱਛਣ ਦੁਬਾਰਾ ਵਾਪਸ ਆ ਗਏ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਅੰਦਰ ਦਵਾਈ ਜਿਹੜੀ ਬਿਮਾਰੀ ਹੈ ਹਾਰਟ ਦੀ ਬਲੋਕੇਜ, ਉਹ ਹੱਦ ਨਾਲੋਂ ਵੱਧ ਗਈ ਹੈ। ਕੱਲੀਆਂ ਦਵਾਈਆਂ ਨਾਲ ਨਹੀਂ ਸਰ ਸਕਦਾ, ਉਹਦੀ ਤੁਸੀਂ ਐਂਜੀਓਗ੍ਰਾਫੀ ਕਰਦੇ ਹੋ ਤੇ ਜੇ ਰਿਕੁਆਇਰਡ ਹੈ ਸਟੈਂਟਿੰਗ ਬਾਈਪਾਸ ਐਡਵਾਈਜ਼ ਕਰਦੇ ਹੋ। ਸੋ ਮੈਂ ਇਸ ਵਰਡ ਨੂੰ ਦੁਬਾਰਾ ਬੋਲੂੰਗਾ ਕਿ ਤੁਸੀਂ ਸਲਾਹ ਦਿੰਦੇ ਹੋ ਕਿ ਹਾਂਜੀ ਤੁਹਾਨੂੰ ਐਡਵਾਈਜ਼ ਹੈ, ਜਦੋਂ ਵੀ ਇਲੈਕਟਿਵ ਐਮਰਜੈਂਸੀ ਨੂੰ ਛੱਡ ਕੇ ਇਲੈਕਟਿਵ ਐਂਜੀਓਗ੍ਰਾਫੀ ਜਾਂ ਐਂਜੀਓਪਲਾਸਟੀ ਦਾ ਪਲਾਨ ਬਣਦਾ ਹੈ, ਇਹ ਮਰੀਜ਼ ਦੇ ਹੱਥ 'ਚ ਹੁੰਦਾ ਹੈ ਜੀ, ਪਰਿਵਾਰ ਦੇ ਹੱਥ 'ਚ ਹੈ ਕਿ ਉਹ ਐਂਜੀਓਪਲਾਸਟੀ ਕਰਵਾਉਣਾ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ। ਇੱਕ ਡਾਕਟਰ ਸਾਹਿਬ ਤੁਸੀਂ ਬਲੱਡ ਦੀ ਗੱਲ ਕੀਤੀ ਹੈ, ਥਿਕ ਔਰ ਥਿਨ, ਖੂਨ ਜਿਹੜਾ ਗਾੜਾ ਪਤਲਾ ਹੁੰਦਾ, ਇਹ ਕੀ ਜ਼ਿਆਦਾ ਪ੍ਰਾਇੋਰਟੀ ਦਿੰਦਾ ਹੈਗਾ ਕਿ ਹਾਰਟ ਅਟੈਕ ਆਉਂਦਾ, ਜਾਂ ਇਹ ਲੀਡ ਕਰਦਾ ਇਹ ਚੀਜ਼ਾਂ ਨੂੰ?
ਕਿਉਂਕਿ ਆਪਣੇ ਆਮ ਆਪਾਂ ਪਿੰਡਾਂ ਦੇ ਵਿੱਚ ਵੇਖਿਆ ਤਾਂ ਲੋਕ ਕਹਿੰਦੇ ਨੇ ਕਿ ਖੂਨ ਬੜਾ ਗਾੜਾ ਇਹਦਾ, ਤਾਂ ਉਹ ਕੀ ਕਰਦੇ ਨੇ ਕਿ ਆਪਣੀ ਦੇਸੀ ਨੁਕਤੇ ਅਪਣਾ ਲੈਂਦੇ ਨੇ ਖੂਨ ਪਤਲਾ ਕਰਨ ਦੇ ਲਈ। ਕੋਈ ਆਪਣਾ ਦੇਸੀ ਦਵਾਈ ਲੈ ਲੈਂਦਾ ਹੈ, ਜਾਂ ਆਪਾਂ ਕਹੀਏ ਕਿ ਕੋਈ ਥੋੜ੍ਹੀ ਬਹੁਤ ਅਫੀਮ ਲੈ ਲੈਂਦਾ, ਉਹਦਾ ਯੂਜ਼ ਕਰਨ ਲੱਗ ਜਾਂਦਾ ਕਿ ਖੂਨ ਜਿਹੜਾ ਪਤਲਾ ਹੋ ਜਾਊਗਾ। ਕੀ ਲੱਗਦਾ ਤੁਹਾਨੂੰ ਕਿ ਖੂਨ ਜਿਹੜਾ ਗਾੜਾ ਹੁੰਦਾ ਹੈਗਾ ਇਹ ਜ਼ਿਆਦਾ ਲੀਡ ਕਰਦਾ ਹੈਗਾ ਕਿ ਹਾਰਟ ਅਟੈਕ ਆਉਂਦਾ, ਜਾਂ ਹਾਰਟ ਦੀਆਂ ਡਿਜ਼ੀਜ਼ ਨੂੰ ਜ਼ਿਆਦਾ ਇਹ ਜਿਹੜਾ ਆਪਾਂ ਕਹਾਂਗੇ ਕਿ ਮਤਲਬ ਪੈਦਾ ਕਰਦਾ ਹੈਗਾ? ਬਿਲਕੁਲ ਸਹੀ ਸਵਾਲ ਹੈ। ਆਪਣੇ ਪਿੰਡਾਂ ਦੇ ਵਿੱਚ ਕਿਉਂਕਿ ਇਹ ਬੜੀ ਆਮ ਗੱਲ ਹੈ ਖੂਨ ਗਾੜਾ ਪਤਲਾ ਹੋਣਾ। ਇਹਨੂੰ ਇਸ ਗੱਲ ਨੂੰ ਡਿਸਕਸ ਕੀਤਾ ਜਾਂਦਾ ਹੈ ਤੇ ਐਡਵਾਈਸ ਕੀਤਾ ਜਾਂਦਾ ਬਜ਼ੁਰਗਾਂ ਦੇ ਵਿੱਚ ਕਿ ਇਸ ਪਦਾਰਥ ਨੂੰ ਲੈ ਲਓ ਜਾਂ ਕੁਝ। ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਕਿ ਕੋਈ ਵੀ ਡਾਕਟਰ, ਚਾਹੇ ਉਹ ਕਾਰਡੀਓਲੋਜਿਸਟ ਹੈ ਜਾਂ ਕੋਈ ਹੋਰ ਵੀ ਡਾਕਟਰ ਹੈ, ਉਹ ਕਦੀ ਵੀ ਆਪਣੇ ਮਰੀਜ਼ ਨੂੰ ਜਾਂ ਇੱਕ ਨਾਰਮਲ ਹਿਊਮਨ ਪੋਪੂਲੇਸ਼ਨ ਦੇ ਵਿੱਚ ਵੀ ਉਹ ਕਦੀ ਵੀ ਇਹ ਨਹੀਂ ਕਹੂਗਾ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਨਸ਼ੇ ਦਾ ਪਦਾਰਥ ਦਿੱਤਾ ਜਾਵੇ ਐਜ਼ ਅ ਟ੍ਰੀਟਮੈਂਟ। ਸੈਕਿੰਡ, ਜਿਹੜਾ ਤੁਸੀਂ ਮੈਨੂੰ ਇੱਕ ਇਹ ਕਿਹਾ ਕਿ ਖੂਨ ਪਤਲਾ ਜਾਂ ਗਾੜਾ, ਇਹ ਕਾਰਨ ਬਣਦੇ ਨੇ ਨਸਾਂ ਦੀ ਬਲੋਕੇਜ ਦਾ। ਬਿਲਕੁਲ ਸਰ, ਦੇਖੋ ਬਹੁਤ ਸਾਰੇ ਕਾਰਨ ਨੇ, ਉਹਨਾਂ ਚੋਂ ਸਭ ਤੋਂ 2 ਇੰਪੋਰਟੈਂਟ ਕਾਰਨ ਨੇ ਜਿਹੜੇ ਨਸਾਂ ਦੇ ਵਿੱਚ ਬਲੋਕੇਜ ਕਾਜ਼ ਕਰਦੇ ਨੇ। ਜਿਹੜੀ ਆਰਟਰੀ ਹਾਰਟ ਦੀ ਖੁਦ ਹਾਰਟ ਦੇ ਮਸਲ ਨੂੰ ਸਪਲਾਈ ਕਰ ਰਹੀ ਹੈ, ਉਹਦੇ 'ਚ ਉਮਰ ਦੇ ਤਕਾਜ਼ੇ ਨਾਲ ਹੌਲੀ ਹੌਲੀ ਕਰਕੇ ਚਿਕਨਾਈ ਜਮ੍ਹਾਂ ਹੁੰਦੀ ਹੈ। ਉਸ ਚਿਕਨਾਈ ਦੀ ਬਲੋਕੇਜ ਉਸ ਨਸ ਦੇ ਵਿੱਚ 60, 70, 80% ਹੈ। ਅਗਰ ਸਾਡਾ ਖੂਨ ਗਾੜਾ ਹੈ ਤਾਂ ਉੱਥੇ ਉਹ ਕਲੌਟ ਜਾ ਕੇ ਉਸ 80% ਦੇ ਨਾਲ 20% ਦਾ ਹਿੱਸਾ ਬਣ ਕੇ ਉਸ ਨਸ ਨੂੰ 100% ਬੰਦ ਕਰ ਦਿੰਦਾ ਹੈ। ਸੋ ਚਿਕਨਾਈ, ਐਥਰੋਸਕਲੇਰੋਸਿਸ ਜਿਹਨੂੰ ਅਸੀਂ ਕਹਿੰਦੇ ਆ, ਤੇ ਉਹਦੇ ਨਾਲ ਕਲੌਟਿੰਗ, ਖੂਨ ਗਾੜਾਪਨ, ਇਹ ਦੋਨੋਂ ਰਿਸਪੌਂਸੀਬਲ ਮੈਜੋਰਟੀ ਕੇਸਿਸ ਦੇ ਵਿੱਚ ਜਿਨ੍ਹਾਂ 'ਚ ਅਕਿਊਟ ਹਾਰਟ ਅਟੈਕ ਆਉਂਦੇ ਨੇ ਜਾਂ ਸਟੇਬਲ ਹਾਰਟ ਡਿਜ਼ੀਜ਼ ਹੁੰਦਾ ਹੈ, ਉਹਨਾਂ ਦੇ ਵਿੱਚ ਇਹ ਕਾਰਨ ਬਣਦੇ ਨੇ। ਡਾਕਟਰ ਸਾਹਿਬ, ਆਮ ਬੰਦੇ ਨੂੰ ਕਿਵੇਂ ਪਤਾ ਲੱਗੂਗਾ ਕਿ ਉਹਦਾ ਖੂਨ ਗਾੜਾ ਹੈ ਜਾਂ ਉਹਦਾ ਖੂਨ ਪਤਲਾ ਹੈ? ਦੇਖੋ, ਇਹ ਪਤਾ ਕਰਨਾ ਥੋੜਾ ਮੁਸ਼ਕਿਲ ਹੈ ਕਿ ਖੂਨ ਗਾੜਾ ਹੈ ਜਾਂ ਪਤਲਾ ਹੈ, ਲੇਕਿਨ ਮਰੀਜ਼ ਨੂੰ ਹਾਰਟ ਦੇ ਜਿਹੜੇ ਲੱਛਣ ਹੈ, ਅਗਰ ਉਹਨੂੰ ਤੁਰਨ ਫਿਰਨ ਤੇ ਅਗਰ ਉਹ ਮਰੀਜ਼ ਅੱਜ ਚੱਲ ਪਾ ਰਿਹਾ ਹੈ, ਪਹਿਲੀ ਮੰਜ਼ਲ, ਦੂਸਰੀ ਮੰਜ਼ਲ, ਤੀਸਰੀ ਮੰਜ਼ਲ ਤੱਕ ਚੜ੍ਹ ਰਿਹਾ, ਉਹਨੂੰ ਕੋਈ ਸਾਹ ਨਹੀਂ ਚੜ੍ਹ ਰਿਹਾ, ਕੋਈ ਛਾਤੀ 'ਚ ਦਬਾਅ ਨਹੀਂ ਲੱਗ ਰਿਹਾ, ਲੇਕਿਨ 10 ਸਾਲ ਤੱਕ ਸਭ ਕੁਝ ਠੀਕ ਹੈ, ਜਿੱਦਾਂ ਹੀ ਉਹਨਾਂ ਦੀ ਉਮਰ 35 ਸਾਲ ਹੋਈ, 36 ਸਾਲ ਹੋਈ, ਉਹਨਾਂ ਨੂੰ ਕੁਝ ਇੱਦਾਂ ਦੇ ਲੱਛਣ ਲੱਗਣੇ ਸ਼ੁਰੂ ਹੋ ਗਏ ਕਿ ਮੈਂ ਪਹਿਲਾਂ ਇਹ ਕੰਮ ਆਰਾਮ ਨਾਲ ਕਰ ਪਾ ਰਿਹਾ ਸੀਗਾ, ਹੁਣ ਮੈਨੂੰ ਪਹਿਲੀ ਮੰਜ਼ਿਲ ਜਾਂ ਦੂਸਰੀ ਮੰਜ਼ਿਲ ਚੜ੍ਹਨ ਤੱਕ ਮੈਨੂੰ ਸਾਹ ਚੜ੍ਹ ਰਿਹਾ, ਜਾਂ ਮੈਂ ਕਿਸੇ ਹਿਲੀ ਏਰੀਆ 'ਚ ਹੈਗਾ, ਮੈਂ ਚੜ੍ਹਾਈ ਚੜ੍ਹ ਰਿਹਾ ਤੇ ਉਸ ਟਾਈਮ 'ਤੇ ਮੈਨੂੰ ਸਾਹ ਚੜ੍ਹ ਰਿਹਾ, ਦੈਟ ਮੀਨਸ ਦੇਰ ਇਜ਼ ਸਿਗਨੀਫਿਕੈਂਟ ਡਿਜ਼ੀਜ਼। ਉਹਨੂੰ ਇਵੈਲੂਏਟ ਕਰਨਾ ਜ਼ਰੂਰੀ ਹੈ। ਸੋ ਰੈਗੂਲਰ ਇੰਟਰਵਲ 'ਤੇ ਆਪ ਦੇ ਹਾਰਟ ਦੇ ਚੈੱਕਅਪਸ ਕਰਾਓ, ਜਿੱਦਾਂ ਕਿ ECG, ਈਕੋ, TMT। ਇਹ ਤੁਹਾਨੂੰ ਅੱਛੇ ਤਰੀਕੇ ਨਾਲ ਦੱਸ ਸਕਦੇ ਨੇ ਕਿ ਕੀ ਤੁਹਾਡਾ ਹਾਰਟ ਦੀ ਬਲੋਕੇਜਸ ਵੱਲ ਲੱਛਣ ਜਾ ਰਹੇ ਨੇ ਕਿ ਨਹੀਂ ਜਾ ਰਹੇ ਨੇ। ਸੋ ਆਲਮੋਸਟ ਓਵਰ ਦਾ ਈਅਰ 6 ਮੰਥਸ, 6 ਤੋਂ 9 ਮਹੀਨਿਆਂ ਤੱਕ ਸਾਡਾ ਕੋਈ ਨਾ ਕੋਈ ਹਾਰਟ ਦਾ ਪੈਕੇਜ ਸਾਡੇ ਹਸਪੀਟਲ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ, ਜਿਹਦੇ ਨਾਲ ਅਸੀਂ ਮਰੀਜ਼ ਨੂੰ ਜਾਂ ਨਾਰਮਲ ਪੋਪੂਲੇਸ਼ਨ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਕਿ ਹਾਂ, ਉਹ ਆਪਣਾ ਪ੍ਰੀਵੈਂਟਿਵ ਹਾਰਟ ਚੈੱਕਅਪ ਕਰਵਾਉਂਦੇ ਰਹਿਣ। ਕਿ ਜ਼ਿਆਦਾ ਅਗਰੈਸ਼ਨ ਜਾਂ ਜ਼ਿਆਦਾ ਅਗਰੈਸਿਵ ਹੋਣਾ ਜਾਂ ਹਾਈਪਰ ਐਕਟਿਵ ਹੋਣਾ ਨਿਸ਼ਾਨੀ ਹੈ ਖੂਨ ਗਾੜਾ ਹੋਣ ਦੀ? ਹਾਈਪਰ ਅਗਰੈਸ਼ਨ ਜਾਂ ਇਹ ਵਾਲੀ ਚੀਜ਼ਾਂ ਦੇ ਨਾਲ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਅਗਰ ਮੈਂ ਉਹਨੂੰ ਹੋਰ ਸਾਧਾਰਨ ਇਲੈਬੋਰੇਟ ਕਰ ਸਕਦੇ ਹੋ ਭਾਸ਼ਾ 'ਚ ਕਹਾਂ ਤਾਂ ਸਟ੍ਰੈਸ, ਜੋ ਤੁਸੀਂ ਕਹਿਣਾ ਚਾਹੁੰਦੇ। ਅੱਜ ਕੱਲ੍ਹ ਜਿਹੜੀ ਸਟ੍ਰੈਸ ਲੈਵਲ ਸੀਗੇ ਉਹ 40, 45, 50 ਸਾਲ ਦੀ ਉਮਰ ਤੋਂ ਬਾਅਦ ਆਪਣੇ ਤੋਂ ਪਹਿਲਾਂ 2 ਜਨਰੇਸ਼ਨ ਪਹਿਲਾਂ ਆਉਂਦਾ ਸੀਗਾ, ਤਾਂ ਜਿਹੜੀ ਹੁਣ ਸਾਡੀ ਵਾਲੀ ਜਨਰੇਸ਼ਨ ਜਾਂ ਸਾਡੇ ਤੋਂ ਨੈਕਸਟ ਜਨਰੇਸ਼ਨ ਹੈ, ਉਹਨਾਂ ਦਾ ਜਿਹੜਾ ਸਟ੍ਰੈਸ ਲੈਵਲ ਹੈ ਡਿਊ ਟੂ ਐਕਸਪੋਜ਼ਰ ਟੂ ਲੋਟ ਆਫ ਸੋਸ਼ਲ ਮੀਡੀਆ, ਹੈ ਨਾ, ਸਕਰੀਨ ਟਾਈਮ ਵੱਧ ਗਿਆ, ਮੋਬਾਈਲ ਫੋਨ ਅਵੇਲੇਬਿਲਟੀ, ਐਵਰੀਥਿੰਗ, ਇਹ ਜਿਹੜੀਆਂ ਇਹਨਾਂ ਚੀਜ਼ਾਂ ਕਰ ਰਹੀਆਂ, ਵਰਕ ਜਾਂ ਪ੍ਰੋਫੈਸ਼ਨ ਦੀ ਜਾਂ ਕੰਮ ਕਾਰ ਦੇ ਉੱਤੇ ਜਾਂ ਬਿਜ਼ਨਸ ਨੂੰ ਲੈ ਕੇ ਸਟ੍ਰੈਸ, ਇਹ ਸਟ੍ਰੈਸ ਨੇ ਵੀ ਆਪਣੇ ਆਪ ਦੇ ਵਿੱਚ ਨਾਰਮਲ ਬੰਦਿਆਂ ਦੇ ਉੱਤੇ ਬਹੁਤ ਟੋਲ ਲਿੱਤਾ ਹੈ, ਬਹੁਤ ਜ਼ਿਆਦਾ ਉਹਨਾਂ ਨੂੰ ਅਫੈਕਟ ਕੀਤਾ ਹੈ ਕਿ ਉਹਨਾਂ ਦੀ ਸਟ੍ਰੈਸ ਲੈਵਲ ਵਧਣ ਕਾਰਨ ਖੂਨ ਗਾੜਾ ਹੋਣ ਦੀ ਚਾਂਸਿਸ ਜ਼ਿਆਦਾ ਹੈ। ਸੋ ਦਿਸ ਇਜ਼ ਵਨ ਆਫ ਦਾ ਬਹੁਤ ਇੰਪੋਰਟੈਂਟ ਮੇਨ ਰੀਜ਼ਨ, ਰਿਸਕ ਫੈਕਟਰ, ਜੋ ਅਸੀਂ ਕਹਿੰਦੇ ਹਾਂ ਕਿ ਹਾਂ ਇਹ ਰਿਸਕ ਫੈਕਟਰ ਹੈਗਾ ਕਿ ਇਹਦੇ ਨਾਲ ਮਰੀਜ਼ ਨੂੰ ਹਾਰਟ ਅਟੈਕ ਹੋਣ ਦੇ ਚਾਂਸਿਸ ਜ਼ਿਆਦਾ ਨੇ। ਉਹ 'ਚ ਨੰਬਰ 1 ਇਸ ਟਾਈਮ 'ਤੇ ਸਟ੍ਰੈਸ ਹੈ ਨਾ। ਬਾਕੀ ਜਿਹੜੇ ਅਨਹੈਲਦੀ ਲਾਈਫ ਸਟਾਈਲ ਹੋ ਗਿਆ, ਜੰਕ ਫੂਡ ਜਿਹੜਾ ਹੈ ਨਾ, ਬਾਹਰੋਂ ਪੀਜ਼ਾ ਬਰਗਰ ਖਾਣਾ, ਜੋ ਕਿ ਨਾਰਮਲ ਡਾਈਟ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨਸ ਦੇ ਵਿੱਚ ਨਹੀਂ ਸੀ, ਬਿਲਕੁਲ ਉਹਨਾਂ ਨੂੰ ਕੰਜ਼ਿਊਮ ਕਰਨਾ, ਫਿਰ ਵਾਕ, ਹੈ ਨਾ, ਆਪਣਾ ਸੈਰ ਤੇ ਨਾ ਜਾਣਾ, ਆਪਣੀ ਵਰਜਿਸ਼ ਨਾ ਕਰਨਾ, ਸਿਰਫ ਖਾਣ ਤੇ ਜ਼ਿਆਦਾ ਜ਼ੋਰ ਔਰ ਆਪਣੀ ਹੈਲਥ ਨੂੰ ਇਗਨੋਰ ਕਰਨਾ, ਇਹ ਵਨ ਆਫ ਦਾ ਕਾਮਨ ਰਿਸਕ ਫੈਕਟਰਸ ਬਣ ਚੁੱਕੇ ਨੇ ਹਾਰਟ ਦੀ ਬਿਮਾਰੀਆਂ ਦਾ।
ਇੱਕ ਡਾਕਟਰ ਸਾਹਿਬ ਤੁਹਾਡਾ ਤਾਂ ਲੰਮਾ ਤਜਰਬਾ ਇਸ ਫੀਲਡ ਦੇ ਵਿੱਚ ਹੈ ਨਾ, ਤੁਸੀਂ ਲਗਾਤਾਰ ਪੇਸ਼ੈਂਟ ਦੇ ਨਾਲ ਟੱਚ ਵਿੱਚ ਰਹਿੰਦੇ ਹੋ, ਤੁਸੀਂ ਲਗਾਤਾਰ ਉਹਨੂੰ ਦੇਖਦੇ ਰਹਿੰਦੇ ਹੋ। ਤਾਂ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਬੜੀਆਂ ਮੈਨੂੰ ਲੱਗਦਾ ਹੈ ਕਿ ਡੇਲੀ ਰੂਟੀਨ ਦੇ ਵਿੱਚ ਇੱਕ ਦੋ ਖਬਰਾਂ ਆਉਂਦੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਗਏ ਸੀ ਨੌਜਵਾਨ ਔਰ ਉਹਨਾਂ ਦੀ ਜਿਹੜੀ ਹੈ ਡੈੱਡ ਬੋਡੀ ਘਰੇ ਆਉਂਦੀ ਔਰ ਉਹਨਾਂ ਦੀ ਮੌਤ ਹੋ ਜਾਂਦੀ ਹਾਰਟ ਅਟੈਕ ਦੇ ਨਾਲ। ਕੀ ਰੀਜ਼ਨ ਹੈ ਕਿ ਨੌਜਵਾਨਾਂ ਦੀ ਜਿਹੜੀ ਮੌਤ ਹੋ ਰਹੀ ਹੈ, ਹਾਲਾਂਕਿ ਉਹਨਾਂ ਦੀ ਏਜ ਵੀ ਜੇ ਆਪਾਂ ਦੇਖੀਏ ਤਾਂ 21-22 ਸਾਲ ਤੋਂ ਲੈ ਕੇ 26-27 ਸਾਲ ਤੱਕ ਦੀ ਹੁੰਦੀ ਹੈਗੀ। ਬਿਲਕੁਲ ਜੋ ਤੁਸੀਂ ਕਹਿ ਰਹੇ ਹੋ, ਹਾਲੇ ਤੱਕ ਇਸ ਨੂੰ ਸਾਇੰਟੀਫਿਕਲੀ ਪ੍ਰੂਵ ਨਹੀਂ ਕੀਤਾ ਗਿਆ, ਪਰ ਯੈਸ ਅੱਜ ਕੱਲ ਦੀ ਡੇਟ 'ਚ ਅਗਰ ਦੇਖੀਏ ਕਿ ਜੇ 55-60 ਸਾਲ ਦੀ ਉਮਰ 'ਚ ਜਾ ਕੇ ਕਿਸੇ ਨੂੰ ਹਾਰਟ ਅਟੈਕ ਦੀ ਅੱਜ ਤੋਂ 10 ਸਾਲ ਪਹਿਲਾਂ ਦਿੱਕਤ ਆਉਂਦੀ ਸੀਗੀ, ਅੱਜ ਦੀ ਡੇਟ ਦੇ ਵਿੱਚ ਉਹ ਦਿੱਕਤ 35 to 40 ਇਅਰਸ ਦੀ ਏਜ ਵਿੱਚ ਮਿਲਣੀ ਸ਼ੁਰੂ ਹੋ ਗਈ ਹੈ। ਐਂਡ ਜਿਹੜੀ ਤੁਸੀਂ ਇਹ ਸਡਨ ਕਾਰਡਿਕ ਡੈਥ ਕਹਿ ਰਹੇ ਹੋ, ਇਹ ਜਿਹੜਾ ਇਸ ਟਾਈਮ ਤੇ ਜੋ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ, ਸਟ੍ਰੈਸ, ਸੈਕਿੰਡ ਐਕਸਪੋਜ਼ਰ ਜਿਹੜਾ ਨਸ਼ੇ ਦੇ ਪਦਾਰਥਾਂ ਨੂੰ ਐਕਸਪੋਜ਼ਰ, ਉਸ ਤੋਂ ਬਾਅਦ ਅਡਲਟਰੇਟਿਡ ਜਿਹੜੀਆਂ ਕਿ ਮਿਲਾਵਟ ਵਾਲੀਆਂ ਚੀਜ਼ਾਂ ਦਾ ਕੰਜ਼ੰਪਸ਼ਨ, ਸਪੈਸ਼ਲੀ ਜਿਹੜੇ ਕਿ ਜਿਮ ਗੋਅਰਸ ਨੇ, ਇਹਨਾਂ ਦਾ ਜਾਕਰ ਜਿਮ ਦੇ ਵਿੱਚ ਆਪਣੀ ਬਾਡੀ ਨੂੰ ਵਧੇਰੇ ਤੌਰ ਦੇ ਉੱਤੇ ਵਧਾਉਣ ਦਾ ਪ੍ਰੋਟੀਨ ਹੈ ਨਾ, ਪੈਸ਼ਨ, ਉਹਨੂੰ ਤੁਸੀਂ ਕਹਿ ਲਓ ਕਿ ਉਹਨੂੰ ਵਰਤਿਆ ਜਾਂਦਾ ਹੈ ਕੁਝ ਚੰਦ ਪੈਸਿਆਂ ਵਾਸਤੇ ਕਿ ਉਹਨਾਂ ਨੂੰ ਜਿਹੜੇ ਪਦਾਰਥ ਦਿੱਤੇ ਜਾਂਦੇ ਨੇ ਉਹਨਾਂ ਨਾਲ ਮਸਲਸ ਤਾਂ ਜਲਦੀ ਗਰੋ ਕਰ ਜਾਂਦੇ ਨੇ, ਪਰ ਜਿਹੜੇ ਉਹਨਾਂ ਦੇ ਮੇਜਰ ਉਹ ਕਹਿੰਦੇ ਕਿ ਸ਼ਾਰਟ ਟਾਈਮ ਦੇ ਵਿੱਚ ਸਾਡੀ ਬੋਡੀ ਬਣ ਜੇ, ਉਹ ਸਾਈਡ ਇਫੈਕਟਸ ਨੂੰ ਭੁੱਲ ਜਾਂਦੇ ਨੇ। ਉਹਨਾਂ ਸਾਈਡ ਇਫੈਕਟਸ ਦਾ ਇੱਕ ਵਨ ਆਫ ਦਾ ਮੇਜਰ ਸਾਈਡ ਇਫੈਕਟ ਹੈਗਾ ਅਕਿਊਟ ਹਾਰਟ ਅਟੈਕ। ਉਹ ਫਿਰ ਸਮੇਂ ਕਿਸੇ ਨੂੰ ਦਿੰਦਾ, ਕਿਸੇ ਨੂੰ ਨਹੀਂ ਦਿੰਦਾ। ਉਹ ਅਨਫੋਰਚੂਨੇਟਲੀ ਜਾਂ ਦੁਰਭਾਗਿਆ ਨਾਲ ਉਹ ਬੰਦਾ ਆਪਣੀ ਜਾਨ ਤੱਕ ਗਵਾ ਲੈਂਦੇ ਨੇ। ਸੋ ਇਹ ਬਹੁਤ ਇੰਪੋਰਟੈਂਟ ਹੈ ਯੰਗਸਟਰਸ ਨੂੰ ਦੇਖਣਾ ਕਿ ਵੀ ਨੌਜਵਾਨ ਪੀੜ੍ਹੀ ਇਹ ਦੇਖੇ ਕਿ ਜੋ ਉਹ ਕੰਜ਼ਿਊਮ ਕਰ ਰਹੀ ਹੈ ਕਿ ਉਹ ਸਾਇੰਟੀਫਿਕਲੀ ਪ੍ਰੂਵਨ ਹੈ। ਅਗਰ ਕੁਝ ਇਹੋ ਜਿਹੇ ਪਦਾਰਥ ਲੈ ਰਹੇ ਨੇ ਜਿਹੜੇ ਕਿ ਉਹਨਾਂ ਨੇ ਬਾਡੀ ਵਾਸਤੇ ਯੂਜ਼ ਕਰਨੇ ਹੈ, ਤਾਂ ਉਹ ਅੰਡਰ ਦਾ ਗਾਈਡੈਂਸ, ਚਾਹੇ ਉਹ ਡਾਕਟਰ ਦੀ ਹੈ, ਚਾਹੇ ਉਹ ਆਪਣੇ ਘਰੇ ਵਡੇਰੇ ਬਜ਼ੁਰਗ ਦੀ ਹੈ, ਉਹਨਾਂ ਦੀ ਗਾਈਡੈਂਸ ਦੇ ਅੰਡਰ ਕਰਨ। ਇੱਕ ਡਾਕਟਰ ਸਾਹਿਬ, ਸਾਇਲੈਂਸ ਜੇ ਆਪਾਂ ਗੱਲ ਕਰੀਏ, ਸਾਇਲੈਂਟ ਜਿਹੜਾ ਅਟੈਕ ਇੱਕ ਟਰਮ ਯੂਜ਼ ਕੀਤੀ ਜਾਂਦੀ ਅੱਜ ਕੱਲ੍ਹ ਕਿ ਸਾਇਲੈਂਟ ਅਟੈਕ ਹੋ ਗਿਆ, ਲਾਈਕ ਪਤਾ ਨਹੀਂ ਲੱਗਦਾ। ਆਪਾਂ ਦੇਖਦੇ ਹਾਂ ਕਿ ਵੀਡੀਓਜ਼ ਦੇਖਦੇ ਹਾਂ ਕਿ ਨਾਰਮਲੀ ਬੰਦਾ ਬੈਂਕ ਦੇ ਵਿੱਚ ਬੈਠਾ ਹੁੰਦਾ ਚੇਅਰ ਦੇ ਉੱਪਰ ਅਤੇ ਉਹਨੂੰ ਹਾਰਟ ਅਟੈਕ ਆ ਜਾਂਦਾ, ਉਹ ਮਰ ਜਾਂਦਾ। ਬਹੁਤ ਸਾਰੀਆਂ CCTV ਫੁਟੇਜ ਆਪਾਂ ਇਹ ਦੇਖਦੇ ਹਾਂ ਅੱਜ ਕੱਲ੍ਹ ਖਬਰਾਂ ਦੇ ਵਿੱਚ। ਕੋਈ ਬੰਦਾ ਵੈਸੇ ਸਕੂਲ ਦੇ ਵਿੱਚ ਗਿਆ ਹੁੰਦਾ ਹੈਗਾ, ਆਪਣੇ ਬੱਚੇ ਨੂੰ ਲੈਣ ਗਿਆ, ਤੁਰੇ ਜਾਂਦੇ ਨੂੰ ਹਾਰਟ ਅਟੈਕ ਆ ਜਾਂਦਾ। ਕੋਈ ਨੱਚ ਰਿਹਾ DJ ਦੇ ਉੱਪਰ, ਉਹਨੂੰ ਹਾਰਟ ਅਟੈਕ ਆ ਜਾਂਦਾ। ਇਹ ਸਾਇਲੈਂਟ ਜਿਹੜਾ ਅਟੈਕ ਆਉਂਦਾ, ਇਹਦੇ ਸਿੰਪਟਮਸ ਕੋਈ ਹੈਗੇ ਨੇ ਜਾਂ ਹਜੇ ਸਾਇੰਸ ਇਹਦੇ ਉੱਪਰ ਵਰਕ ਕਰ ਰਹੀ ਹੈ ਕਿ ਕੋਈ ਲੱਭਣ ਦੇ ਲਈ ਕਿ ਕਿੱਦਾਂ ਪਤਾ ਲੱਗ ਸਕਦਾ ਕਿ ਸਾਇਲੈਂਟ ਅਟੈਕ ਦੇ ਕੀ ਸਿੰਪਟਮਸ ਹੋ ਸਕਦੇ ਆ? ਸਾਇਲੈਂਟ ਅਟੈਕ ਜੋ ਤੁਸੀਂ ਪੁੱਛ ਰਹੇ ਹੋ, ਇਹ ਹਰ ਨਾਰਮਲ ਬੰਦਾ ਜਦੋਂ ਵੀ ਕੋਈ ਨਿਊਜ਼ ਸੁਣਦਾ ਹੈ ਕਿ ਹਾਂਜੀ ਇਹ ਕਿਸੇ ਫੰਕਸ਼ਨ ਤੇ ਸੀਗੇ ਜਾਂ ਕੋਈ ਆਪਣਾ ਡੇਲੀ ਰੂਟੀਨ ਵਾਲਾ ਕੰਮ ਕਰ ਰਹੇ ਸੀਗੇ ਤੇ ਇੱਕਦਮ ਤੋਂ ਡੈਥ ਹੋਈ, ਬਟ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਦਾਂ ਘੱਟ ਹੁੰਦਾ ਹੈ। ਸਾਇਲੈਂਟ ਅਟੈਕ ਅਗਰ ਅਸੀਂ ਲੈ ਕੇ ਚਲੀਏ ਮੈਡੀਕਲ ਸਾਇੰਸ ਤੋਂ, ਤਾਂ ਕਿ ਸਾਇਲੈਂਟ ਅਟੈਕ ਅਸੀਂ ਕਿਹਨੂੰ ਕਵਾਂਗੇ, ਤਾਂ ਕੋਈ ਬੰਦਾ ਰਾਤ ਨੂੰ ਸੁੱਤਾ, ਸਵੇਰੇ 4 ਵਜੇ ਉੱਠਣਾ ਹੈ, 5 ਵਜੇ ਉੱਠਣਾ ਹੈ, 6 ਵਜੇ ਉੱਠਣਾ ਹੈ ਔਰ ਉੱਠ ਨਹੀਂ ਪਾਇਆ, that can be called as a ਸਾਇਲੈਂਟ ਹਾਰਟ ਅਟੈਕ। ਬਟ ਫਿਰ ਵੀ ਇਨਕਲੂਡਿੰਗ ਉਹਨਾਂ ਬੰਦਿਆਂ ਨੂੰ ਵੀ ਅਗਰ ਅਸੀਂ ਇਨਕਲੂਡ ਕਰ ਲਈਏ, ਜਾਂ ਯੰਗਸਟਰ ਜਾਂ ਓਲਡ, ਬਿਨਾਂ ਕਿਸੇ ਏਜ ਦੇ ਪਰਸਪੈਕਟਿਵ ਤੋਂ, ਤਾਂ ਜਿਹੜਾ ਇਹ ਅਟੈਕ ਹੁੰਦਾ ਹੈ ਇਹ ਕਿਤੇ ਨਾ ਕਿਤੇ ਆਪਣੇ ਲੱਛਣ ਦੇ ਰਿਹਾ ਹੁੰਦਾ, ਕਿਤੇ ਨਾ ਕਿਤੇ ਦਸਤਕ ਆਈ ਹੁੰਦੀ ਹੈ ਕਿ ਸਾਹ ਚੜ ਰਿਹਾ ਹੈ ਜਾਂ ਬਾਂਹ ਦੇ ਵਿੱਚ ਦਰਦ ਹੋ ਰਿਹਾ ਹੈ। ਮਰੀਜ਼ ਆਪਦੇ ਇਹਨਾਂ ਲੱਛਣਾਂ ਨੂੰ ਆਪਦੀ ਉਮਰ ਜਾਂ ਆਪਦੇ ਬਿਜ਼ੀ ਹੋਣ ਕਾਰਨ, ਆਪਦੇ ਕੰਮਾਂ ਕਾਰਾਂ 'ਚ ਲੱਗੇ ਹੋਣ ਕਾਰਨ ਜਾਂ ਕਿਸੇ ਵੀ ਹੋਰ ਕਾਰਨ ਉਹ ਆਪਦੀ ਹੈਲਥ ਨੂੰ ਇਗਨੋਰ ਕਰ ਦਿੰਦਾ ਔਰ ਉਹ ਕਿਸੇ ਨਾ ਕਿਸੇ ਦਿਨ ਐਮਰਜੈਂਸੀ ਜਾਂ ਫਿਰ ਜਿਹੜਾ ਕਿ ਸਡਨ ਡੈਥ ਦੇ ਨਾਲ ਸਾਡੇ ਸਾਹਮਣੇ ਪੇਸ਼ ਹੁੰਦੀ ਹੈ ਔਰ ਸਾਨੂੰ ਐਂ ਲੱਗਦਾ ਕਿ ਉਹ ਸਾਇਲੈਂਟ ਅਟੈਕ ਹੈ। ਸੋ ਇਸੇ ਲਈ ਇੰਪੋਰਟੈਂਟ ਹੈਗਾ ਕਿ ਰੈਗੂਲਰ ਇੰਟਰਵਲਸ ਤੇ ਆਪ ਦਾ ਪ੍ਰੀਵੈਂਟਿਵ ਹੈਲਥ ਚੈੱਕਅਪ ਕਰਵਾਉਣਾ ਚਾਹੀਦਾ ਹੈ। ਇੱਕ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਹਾਰਟ ਪ੍ਰੋਬਲਮ ਦੀ ਪੂਰੀ ਕਿਉਂਕਿ ਆਪਾਂ ਦੇਖਦੇ ਹਾਂ ਸਟੰਟਸ ਪਾਏ ਜਾਂਦੇ ਨੇ ਹੈ ਨਾ, ਅਤੇ ਉਸ ਤੋਂ ਬਾਅਦ ਜਿਹੜਾ ਬਾਈਪਾਸ ਸਰਜਰੀ ਵਗੈਰਾ ਵੀ ਹੁੰਦੀ ਹੈ, ਤਾਂ ਕੀ ਇਹਦੇ ਪ੍ਰੀਕਾਸ਼ਨ ਹੋ ਸਕਦੇ ਨੇ ਕਿ ਇਹ ਚੀਜ਼ਾਂ ਤੋਂ ਬਚਿਆ ਜਾਵੇ ਔਰ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਸ ਨੂੰ ਦੂਰ ਕੀਤਾ ਜਾਵੇ? ਦੇਖੋ, ਉਹਦੇ ਵਿੱਚ ਸਭ ਤੋਂ ਪਹਿਲਾਂ ਆਈ ਵੁੱਡ ਸੇ ਮੈਨੇਜ ਸਟ੍ਰੈਸ। ਸਭ ਤੋਂ ਪਹਿਲਾਂ ਆਪਣੀ ਸਟ੍ਰੈਸ ਨੂੰ ਘਟਾਓ। ਤੁਹਾਡੇ 'ਚ ਕੋਈ ਵੀ ਤਰੀਕੇ ਨਾਲ ਤੁਸੀਂ ਘੱਟੋ ਘੱਟ ਐਟਲੀਸਟ ਯੋਗਾ ਨਹੀਂ ਕਰ ਸਕਦੇ ਤਾਂ ਮੈਡੀਟੇਸ਼ਨ ਕਰੋ। ਮੈਡੀਟੇਸ਼ਨ ਔਰ ਯੋਗਾ ਦੋਨੋਂ ਨੂੰ ਇਨਕਲੂਡ ਕਰੋ। ਅਗਰ ਤੁਹਾਡੀ ਕੋਈ ਹੌਬੀ ਹੈ, ਕੁਝ ਬਚਪਨ ਦੀ ਤੁਹਾਡੀ ਇਹੋ ਜਿਹੀ ਚੀਜ਼ ਹੈ, ਜਿਵੇਂ ਕਿਸੇ ਨੂੰ ਸਾਈਕਲਿੰਗ ਕਰਨਾ ਪਸੰਦ ਹੈ, ਕਿਸੇ ਨੂੰ ਪੇਂਟਿੰਗ ਕਰਨਾ ਪਸੰਦ ਹੈ, ਕਿਸੇ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੈ, ਤਾਂ ਆਪਣੇ ਬਿਜ਼ੀ ਸ਼ਡਿਊਲ 'ਚੋਂ, ਆਪਣੇ
ਰੋਜ਼ਾਨਾ ਕੰਮਾਂ ਕਾਰਾਂ ਦੇ ਵਿੱਚੋਂ 15 ਦਿਨ ਬਾਅਦ ਜਾਂ ਮਹੀਨੇ ਬਾਅਦ ਕੋਈ 1 ਦਿਨ 2 ਦਿਨ ਦੀ ਬ੍ਰੇਕ ਲਵੋ, ਆਪਣੇ ਪਰਿਵਾਰ ਨਾਲ ਜਾਓ, ਆਪਣੀ ਉਸ ਹੌਬੀ ਨੂੰ ਫੋਲੋ ਕਰੋ, ਆਪਣੇ ਉਸ ਸ਼ੌਂਕ ਨੂੰ ਪੂਰਾ ਕਰੋ, ਜੋ ਕਿ ਇੱਕ ਬਹੁਤ ਵੱਡਾ ਸਟ੍ਰੈਸ ਰਿਲੀਵਰ ਹੁੰਦਾ ਹੈ। ਸੈਕਿੰਡ ਆਈ ਵੁੱਡ ਸੇ ਕਿ ਆਪਣੀ ਡਾਈਟ, ਦੂਸਰੇ ਨੰਬਰ ਤੇ ਡਾਈਟ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਮੂੰਹ ਵਿੱਚ ਕੀ ਜਾ ਰਿਹਾ ਹੈ। ਹਰ ਇੱਕ ਬੰਦੇ ਦਾ ਮਨ ਕਰਦਾ ਬਾਹਰ ਖਾਣਾ ਖਾਣ ਨੂੰ, ਐਜ਼ ਅ ਡਾਕਟਰ ਸਾਡਾ ਵੀ ਗੱਲ ਮਨ ਕਰਦਾ, ਪਰ ਕੋਸ਼ਿਸ਼ ਇਹ ਰੱਖਣੀ ਹੈ ਕਿ ਜਿੰਨਾ ਘੱਟ ਤੋਂ ਘੱਟ ਜੰਕ ਫੂਡ ਆਪਾਂ ਖਾਈਏ, ਹੈ ਨਾ। ਘਰ ਦਾ ਦਾਲ ਫੁਲਕਾ, ਈਵਨ ਘਰੇ ਨੌਨ ਵੈਜ ਕੁੱਕ ਕੀਤਾ, ਐਵਰੀਥਿੰਗ ਇਜ਼ ਹੈਲਦੀ। ਸਾਨੂੰ ਪਤਾ ਹੈ ਅਸੀਂ ਕਿਹੜਾ ਆਇਲ ਯੂਜ਼ ਕਰ ਰਹੇ ਹਾਂ। ਬਾਹਰ ਖਾਣਾ ਪੈ ਰਿਹਾ, ਓਕੇ ਖਾਓ, ਪਰ ਇੱਕ ਲਿਮਿਟ ਦੇ ਵਿੱਚ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਰੋਜ਼ਾਨਾ ਫਰੋਜ਼ਨ ਫੂਡ ਖਾ ਰਹੇ ਹੋ। ਆਪਣੇ ਆਪ ਦੇ ਵਿੱਚ ਉਹ ਸਾਲਟ ਕੰਟੈਂਟ, ਲਾਈਫ ਸਟਾਈਲ ਦੀਆਂ ਬਿਮਾਰੀਆਂ, BP, ਸ਼ੂਗਰ, ਹਾਰਟ ਦੀ ਹਰ ਤਰ੍ਹਾਂ ਦੀ ਬਿਮਾਰੀ ਲੈ ਕਰ ਆਉਂਦਾ। ਤੀਸਰਾ ਮੈਂ ਮੈਂਸ਼ਨ ਕਰਨਾ ਚਾਹੂੰਗਾ ਵਾਕ। ਅਸੀਂ ਸੈਰ ਭੁੱਲ ਚੁੱਕੇ ਹਾਂ। ਅੱਜ ਦੇ ਨੌਜਵਾਨ ਆਪਣੀ ਇਸ ਪਾਸੋਂ ਜਾਂ ਤੁਸੀਂ ਕਹਿ ਲਓ ਕਿ ਈਵਨ ਮਿਡਲ ਏਜ ਪੀਪਲ ਦੇ ਹੈਵ ਸਟਾਪਡ ਵਾਕਿੰਗ। ਹੁਣ ਉਹਨਾਂ ਨੇ ਸੈਰ ਕਰਨਾ ਬੰਦ ਕੀਤਾ ਕਿਉਂਕਿ ਉਹਨਾਂ ਦਾ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 9-10 ਵਜੇ ਤੱਕ ਦਫ਼ਤਰ ਹੈ। ਪਲੀਜ਼ ਆਪਣੇ ਸ਼ਡਿਊਲ 'ਚੋਂ ਆਪਣੀ ਸਿਹਤ ਵਾਸਤੇ ਦਿਨ ਦੇ ਵਿੱਚ 24 ਘੰਟਿਆਂ 'ਚੋਂ 1 ਘੰਟਾ ਕੱਢਣਾ ਕੋਈ ਔਖਾ ਕੰਮ ਨਹੀਂ ਹੈ। ਸਿਰਫ ਤੁਹਾਨੂੰ ਆਪਣੇ ਆਪ ਨੂੰ ਡਿਸਿਪਲਿਨ ਕਰਨਾ ਪਊਗਾ। ਤੁਸੀਂ 1 ਘੰਟਾ ਕੱਢ ਕੇ ਵਾਕ ਕਰੋ, ਸਾਈਕਲਿੰਗ ਕਰੋ, ਜੋਗਿੰਗ ਕਰੋ, ਵਟਐਵਰ ਯੂ ਫੀਲ ਲਾਈਕ ਕੰਫਰਟੇਬਲ, ਤੁਸੀਂ ਉਹਨੂੰ ਕਰੋ। ਉਸ ਦੇ ਨਾਲ ਨਾਲ ਜੋ ਸਭ ਤੋਂ ਇੱਕ ਲਾਸਟ ਇੰਪੋਰਟੈਂਟ 5 ਪੁਆਇੰਟਾਂ ਦੇ ਵਿੱਚੋਂ ਅਗਰ ਮੈਂ ਕਹਾਂ ਤਾਂ 5ਵਾਂ ਤੇ ਇੰਪੋਰਟੈਂਟ ਪੁਆਇੰਟ ਹੈ ਕਿ ਅਗਰ ਕੋਈ ਬੰਦਾ ਡਰਿੰਕ ਕਰਦਾ ਹੈ ਤਾਂ ਉਹਨੂੰ ਲਿਮਿਟ 'ਚ ਕਰਨੀ ਚਾਹੀਦੀ ਹੈ, ਔਰ ਜੇ ਕੋਈ ਸਮੋਕ ਕਰਦਾ ਹੈ ਉਹਨੂੰ ਉਹ ਨਹੀਂ ਕਰਨਾ ਚਾਹੀਦਾ। ਇਹ ਆਪਣੇ ਆਪ 'ਚ ਇੱਕ ਇੰਪੋਰਟੈਂਟ ਰਿਸਕ ਫੈਕਟਰ ਨੇ ਅਕਿਊਟ ਹਾਰਟ ਅਟੈਕ ਤੇ ਹੋਰ ਬਹੁਤ ਸਾਰੀ ਬਿਮਾਰੀਆਂ ਵਾਸਤੇ। ਡਾਕਟਰ ਸਾਹਿਬ, ਕੀ ਆਮ ਬੰਦੇ ਨੂੰ ਘਰ ਬੈਠੇ ਨੂੰ ਪਤਾ ਲੱਗ ਸਕਦਾ ਕਿ ਉਸ ਨੂੰ ਕੋਈ ਹਾਰਟ ਪ੍ਰੋਬਲਮ ਹੈਗੀ ਹੈ? ਘਰ ਬੈਠੇ ਬੰਦੇ ਨੂੰ ਲੱਛਣ ਪਤਾ ਲੱਗ ਸਕਦੇ ਨੇ ਜੀ। ਕਿਉਂਕਿ ਆਪਣੇ ਜੇ ਕੋਈ ਇੱਦਾਂ ਦਾ ਕੋਈ ਲੱਛਣ ਆਉਂਦਾ ਤਾਂ ਉਹ ਕਹਿੰਦਾ ਕਿ ਐਸਿਡਿਟੀ ਹੋਊਗੀ, ਗੈਸ ਹੋਊਗੀ, ਤਾਂ ਕਰਕੇ ਇੱਦਾਂ ਹੋ ਰਿਹਾ। ਸਭ ਤੋਂ ਕਾਮਨ ਜਿਹੜਾ ਹਾਰਟ ਦਾ ਸਿੰਪਟਮ ਇਗਨੋਰ ਕੀਤਾ ਜਾਂਦਾ ਹੈ ਉਹ ਇਹੀ ਕਹਿ ਕੇ ਇਗਨੋਰ ਕੀਤਾ ਜਾਂਦਾ ਹੈ ਗੈਸ ਔਰ ਕਿ ਇਹ ਐਸਿਡਿਟੀ ਗੈਸ ਹੈ। ਬਹੁਤ ਸਾਰੇ ਡਾਕਟਰਸ ਨੇ ਜਿਹੜੇ ਪੈਰੀਫਰੀ 'ਚ ਬੈਠੇ ਨੇ, ਪਿੰਡਾਂ 'ਚ ਬੈਠੇ ਨੇ, ਉਹਨਾਂ ਦਾ ਹਾਰਟ ਦੇ ਮਰੀਜ਼ਾਂ ਨਾਲ ਅੱਜ ਤੱਕ ਕਦੀ ਵਾਹ ਨਹੀਂ ਪਿਆ ਹੁੰਦਾ, ਤਾਂ ਉਹ ਕਈ ਵਾਰੀ ਇਸ ਚੀਜ਼ ਨੂੰ ਇਗਨੋਰ ਕਰਦੇ ਨੇ। ਸੋ ਮੈਂ ਆਪਣੇ ਸਾਰੇ ਪੇਂਡੂ ਭਰਾਵਾਂ ਭੈਣਾਂ ਨੂੰ ਦੱਸਣਾ ਚਾਹੂੰਗਾ ਕਿ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜੇ ਗੈਸ ਬਣ ਰਹੀ ਹੈ ਔਰ ਉਹ ਤੁਹਾਡੀ ਨਹੀਂ ਠੀਕ ਹੋ ਰਹੀ ਤਾਂ ਜਲਦ ਤੋਂ ਜਲਦ ਨੇੜੇ ਤੋਂ ਨੇੜੇ ਹਸਪਤਾਲ 'ਚ ਜਾ ਕੇ ਕੋਸ਼ਿਸ਼ ਕਰੋ, ECG ਕਰਾਓ। ਇੱਕ ECG ਹੀ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਖੋਲ੍ਹ ਕੇ ਰੱਖ ਦਿੰਦੀ ਹੈ ਸਾਹਮਣੇ। ਔਰ ਜੇ ਤੁਹਾਨੂੰ ਉਸ ਤੋਂ ਬਾਅਦ ECG ਦੇਖਣ ਤੋਂ ਬਾਅਦ ਗਾਈਡ ਕੀਤਾ ਜਾਵੇ ਈਕੋ ਜਾਂ ਆਪਣੇ ਕਾਰਡੀਓਲੋਜਿਸਟ ਨੂੰ ਮਿਲਣ ਲਈ, ਤਾਂ ਅਸੀਂ ਹੀਲਿੰਗ ਹਸਪੀਟਲ 'ਚ ਆਲਵੇਜ਼ ਅਵੇਲੇਬਲ। ਤੁਸੀਂ ਸਾਡੇ ਕੋਲ 24 ਘੰਟੇ ਐਮਰਜੈਂਸੀ ਸੇਵਾएं ਹਾਰਟ ਦੇ ਵਾਸਤੇ, ਪੇਸ਼ੈਂਟਸ ਵਾਸਤੇ ਵੀ ਆਰ ਅਵੇਲੇਬਲ 24/7 365 ਡੇਜ਼। ਡਾਕਟਰ ਸਾਹਿਬ, ਤੁਸੀਂ ਆਪਣੇ ਬਾਰੇ ਵੀ ਦੱਸੋ ਸਾਨੂੰ, ਕਿਉਂਕਿ ਤੁਸੀਂ ਕਿੱਥੇ ਕਿੱਥੇ ਹੁਣ ਤੱਕ ਜਿਹੜੀ ਆਪਣੀ ਡਿਊਟੀ ਨਿਭਾਈ ਹੈ, ਕਿੱਥੇ ਕਿੱਥੇ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਨੇ? ਸਰ, ਮੈਂ ਇਸ ਤੋਂ ਪਹਿਲਾਂ ਮੈਨੂੰ ਅੱਜ ਹੀਲਿੰਗ ਹਸਪਤਾਲ ਨਾਲ ਜੁੜੇ 5 ਸਾਲ ਹੋ ਚੁੱਕੇ ਨੇ। ਇਸ ਤੋਂ ਪਹਿਲਾਂ ਮੈਂ ਆਪਣੀ ਅੰਮ੍ਰਿਤਸਰ ਤੋਂ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ। ਉਸ ਤੋਂ ਬਾਅਦ ਮੈਂ ਲੁਧਿਆਣੇ DMC, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮੈਕਸ ਹਸਪੀਟਲ, GB ਪੰਥ ਹਸਪੀਟਲ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਕਾਰਡੀਓਲੋਜੀ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਕੇ ਆਈ ਹੈਵ ਕਮ ਬੈਕ ਟੂ ਜੋ ਮੇਰਾ ਇੱਕ ਹੋਮ ਟਾਊਨ ਹੈ ਚੰਡੀਗੜ੍ਹ। ਸੋ ਆਈ ਐਮ ਵਰਕਿੰਗ ਓਵਰ ਹੇਅਰ ਵਿਦ ਹੀਲਿੰਗ ਹਸਪੀਟਲ ਫਰਮ ਲਾਸਟ 5 years, 5 ਸਾਲ ਹੋ ਗਏ ਮੈਨੂੰ। ਐਂਡ ਸਭ ਤੋਂ ਵਧੀਆ ਗੱਲ ਜੋ ਮੈਨੂੰ ਹੀਲਿੰਗ ਹਸਪੀਟਲ 'ਚ ਲੱਗੀ ਕਿ ਪੂਰੇ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜੋ ਕਿ ਬਹੁਤ ਵੱਡੇ ਲੈਵਲ ਤੇ ਬਣ ਚੁੱਕਿਆ, ਹੁਣੇ 100 ਬੈਡਡ ਹਸਪੀਟਲ ਹੈ। ਇਹ ਇੱਕ NABH ਹਸਪੀਟਲ ਹੈ ਜੋ ਕਿ NABH ਇੱਕ ਸਭ ਤੋਂ ਸਪੈਸ਼ਲ ਬਾਡੀ ਹੈ ਆਪਣੇ ਇੰਡੀਆ ਦੀ, ਜੋ ਹਸਪੀਟਲਸ ਨੂੰ ਰੈਕੋਗਨਾਈਜ਼ ਕਰਦੀ ਹੈ ਕਿ ਹਾਂ ਇਹ ਹਸਪਤਾਲ ਆਪਣੀ ਸੇਵਾਵਾਂ ਸਭ ਤੋਂ ਬੈਸਟ ਤਰੀਕੇ ਨਾਲ ਮਰੀਜ਼ ਤੱਕ ਪ੍ਰੋਵਾਈਡ ਕਰ ਰਿਹਾ। ਅਤੇ ਉਹਦੇ ਨਾਲ ਨਾਲ ਸਾਡੇ ਹਸਪੀਟਲ ਦੇ ਵਿੱਚ ਵੀ ਆਰ ਪ੍ਰੋਵਾਈਡਿੰਗ ਹਰ ਤਰ੍ਹਾਂ ਦੀ ਸੁਪਰ ਸਪੈਸ਼ਲਿਟੀ। ਜਿਹੜੀ ਕਾਰਡੀਓਲੋਜੀ ਦੀ ਟੀਮ ਹੁੰਦੀ ਹੈ ਉਹਨੂੰ ਇਕੱਲਾ ਕਾਰਡੀਓਲੋਜੀ ਡਿਪਾਰਟਮੈਂਟ ਇੱਕ ਬੰਦਾ ਨਹੀਂ ਚਲਾਉਂਦਾ, ਉਹਨੂੰ ਇੱਕ ਟੀਮ ਚਲਾਉਂਦੀ ਹੈ। ਉਸ ਤੋਂ ਬਾਅਦ ਇੱਕ ਟੀਮ ਤੋਂ ਬਾਅਦ ਤੁਹਾਨੂੰ ਇਹ ਹਸਪੀਟਲ ਦੇ ਵੱਲੋਂ ਇੱਕ ਸਭ ਤੋਂ ਇੰਪੋਰਟੈਂਟ ਸਪੋਰਟ ਚਾਹੀਦੀ ਹੁੰਦੀ ਹੈ ਕਿ ਤੁਹਾਡੇ ਕੋਲੇ ਕਿਡਨੀ ਦਾ ਡਾਕਟਰ ਦਾ ਬੈਕਅਪ, ਤੁਹਾਡੇ ਕੋਲੇ ਨਿਊਰੋ ਸਰਜਰੀ, ਬ੍ਰੇਨ ਦੀ ਸਰਜਰੀ ਵਾਲਾ ਡਾਕਟਰ ਦਾ ਬੈਕਅਪ, ਤੁਹਾਡੇ ਕੋਲੇ ICU, ਮੈਡੀਕਲ ICU, ਸਰਜੀਕਲ ICU ਬੈਕਅਪ ਚਾਹੀਦਾ। ਇਹਨਾਂ ਡਿਪਾਰਟਮੈਂਟਸ ਨੂੰ ਕਾਰਡੀਓਲੋਜੀ ਦੀ ਅਤੇ ਸਾਨੂੰ ਇਹਨਾਂ ਦੀ ਲੋੜ ਹੁੰਦੀ ਹੈ।
ਵੀ ਹੈਵ ਗੋਟ ਆਲਮੋਸਟ ਹਰ ਤਰ੍ਹਾਂ ਦਾ ਸੁਪਰ ਸਪੈਸ਼ਲਿਟੀ ਤੇ ਸਪੈਸ਼ਲਿਟੀ ਡਿਪਾਰਟਮੈਂਟਸ ਜਿਹੜੇ ਹੈਗੇ ਨੇ ਉਹ ਹੀਲਿੰਗ ਹਸਪੀਟਲਸ ਅੰਡਰ ਵਨ ਰੂਫ ਦੈਟਸ ਅਵੇਲੇਬਲ ਐਂਡ ਯੈਸ ਆਈ ਵੁੱਡ ਪ੍ਰਾਊਡਲੀ ਸੇ ਕਿ ਆਈ ਐਮ ਐਸੋਸੀਏਟਡ ਵਿਦ them। ਇੱਕ ਸਰ ਜੇ ਸਟੈਂਟਿੰਗ ਦੀ ਗੱਲ ਕਰੀਏ ਤਾਂ ਕਿਉਂਕਿ ਜੋ ਸਟੈਂਟਿੰਗ ਦਾ ਸ਼ਬਦ ਸੁਣਦੇ ਨੇ ਲੋਕ ਤਾਂ ਹਾਰਟ ਦੇ ਨਾਲ ਰਿਲੇਟ ਕਰ ਲੈਂਦੇ ਨੇ ਕਿ ਕੋਈ ਹੋਰ ਵੀ ਜਿਹੜਾ ਰੈਲੀਵੈਂਸੀ ਹੋ ਸਕਦੀ ਹੈ ਸਟੈਂਟ ਦੀ ਕਿ ਕੋਈ ਹੋਰ ਬਲੋਕੇਜ ਹੋਵੇ ਬੋਡੀ ਦੇ ਕਿਸੇ ਹੋਰ ਪਾਰਟ ਦੇ ਵਿੱਚ ਉੱਥੇ ਵੀ ਯੂਜ਼ ਕੀਤਾ ਜਾ ਸਕਦਾ। ਬਿਲਕੁਲ ਸਰ, ਜਿਹੜਾ ਇਹ ਸਟੈਂਟ ਹੈ ਇਹ ਇੱਕ ਵਾਇਰ ਦੇ ਉੱਪਰ ਲਿਜਾ ਕੇ ਜਿਹੜੀ ਹਾਰਟ ਦੀ ਨਸ ਹੈ ਉਹਦੇ ਵਿੱਚ ਬਲੂਨ ਨਾਲ ਸਫਾਈ ਕਰਕੇ ਸਟੈਂਟ ਲਗਾਇਆ ਜਾਂਦਾ ਹੈ ਜੋ ਕਿ ਦਵਾਈ ਵਾਲਾ ਸਟੈਂਟ ਹੁੰਦਾ ਹੈ। ਤਾਂ ਸਿਮਿਲਰ ਤੌਰ ਤੇ ਹਾਰਟ ਤੋਂ ਜਿਹੜੀਆਂ ਨਸਾਂ ਸਰੀਰ ਦੇ ਬਾਕੀ ਅੰਗਾਂ ਨੂੰ ਬਲੱਡ ਦੇਣ ਵਾਸਤੇ ਨਿਕਲਦੀਆਂ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਆ ਤੇ ਜਿਹੜੀਆਂ ਵਾਪਸ ਲੈ ਕੇ ਆਉਂਦੀਆਂ ਹਾਰਟ ਵੱਲ ਉਹਨਾਂ ਨੂੰ ਅਸੀਂ ਵੇਨ ਕਹਿੰਦੇ ਆ। ਤਾਂ ਇਹਨਾਂ ਨਸਾਂ ਦੇ ਵਿੱਚ ਕਾਮਨਲੀ ਦੇਖਿਆ ਜਾਂਦਾ ਹਾਰਟ ਤੋਂ ਇਲਾਵਾ ਜਿਹੜੀਆਂ ਲੱਤ ਦੀਆਂ ਨਸਾਂ ਨੇ ਬਹੁਤ ਸਾਰੇ ਪੇਸ਼ੈਂਟਸ ਉਹਨਾਂ 'ਚ ਬਲੋਕੇजेस ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਸਟੈਂਟਿੰਗ ਪੈਰੀਫਲ ਐਂਜੀਓਪਲਾਸਟੀ ਕਹਿੰਦੇ ਹਾਂ ਅਸੀਂ ਉਹਨੂੰ ਪੈਰੀਫਲ ਸਟੈਂਟਿੰਗ ਕਹਿੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਇਲਾਜ ਵੀ ਅਸੀਂ ਇੱਥੇ ਕਰਦੇ ਹਾਂ। ਇਹਦੇ ਨਾਲ ਨਾਲ ਕਈ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਤਾਂ ਯੰਗਸਟਰ ਦੇ ਵਿੱਚ ਉਹ ਬੜਾ ਰਿਵਰਸੀਬਲ ਕਾਜ਼ ਮਿਲ ਜਾਂਦਾ ਹੈ ਜਿਹਦੇ 'ਚ ਰੀਨਲ ਆਰਟਰੀ ਕਿਡਨੀ ਦੀ ਆਰਟਰੀ ਬਲੌਕ ਹੁੰਦੀ ਹੈ ਉਹਨੂੰ ਵੀ ਸਟੈਂਟਿੰਗ ਕਰਕੇ ਖੋਲ੍ਹਿਆ ਜਾਂਦਾ ਹੈ। ਇੱਦਾਂ ਹੀ ਏਓਟਾ ਜਾਂ ਫਿਰ ਗਲੇ ਦੀਆਂ ਜਿਹੜੀਆਂ ਨਸਾਂ ਨੇ ਉਹਨਾਂ ਦੇ ਵਿੱਚ ਕਰੋਟਿਡ ਸਟੈਂਟਿੰਗ ਕੀਤੀ ਜਾਂਦੀ ਹੈ। ਸੋ ਇਹ ਇਕੱਲੇ ਹਾਰਟ ਦੇ ਵਿੱਚ ਨਹੀਂ ਬਾਕੀ ਜਗ੍ਹਾ ਦੇ ਵਿੱਚ ਵੀ ਜਿੱਥੇ ਜਿੱਥੇ ਬਲੋਕੇजेस ਨੇ ਉੱਥੇ ਉੱਥੇ ਇਹਨੂੰ ਵਰਤਿਆ ਜਾ ਸਕਦਾ। ਡਾਕਟਰ ਸਾਹਿਬ ਕੋਈ ਹੋਰ ਸਬਸਟੀਟਿਊਟ ਵੀ ਹੈਗਾ ਸਟੈਂਟਿੰਗ ਦਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਪ੍ਰੋਸੀਜਰ ਚੱਲਦਾ ਆ ਰਿਹਾ ਸਟੈਂਟਿੰਗ ਦਾ ਕੋਈ ਹੁਣ ਹੋਰ ਨਵਾਂ ਕਿਉਂਕਿ ਬਹੁਤ ਸਾਰੀਆਂ ਟੈਕਨੋਲੋਜੀਜ਼ ਹੋਰ ਵੀ ਆ ਰਹੀਆਂ ਨੇ ਕੋਈ ਹੋਰ ਵੀ ਸਬਸਟੀਟਿਊਟ ਹੈ ਇਸ ਦਾ? ਦੇਖੋ ਸਬਸਟੀਟਿਊਟ ਇੰਪੋਰਟੈਂਟ ਨਹੀਂ ਹੈ। ਬਹੁਤ ਸਾਰੇ ਕੇਸਿਸ ਦੇ ਵਿੱਚ ਇਕੱਲਾ ਕਲੌਟ ਹੈ ਕੋਈ ਉੱਥੇ ਚਿਕਨਾਈ ਜਮ੍ਹਾਂ ਨਹੀਂ ਹੈ ਬਲੋਕੇਜ ਦੇ ਵਿੱਚ ਤਾਂ ਅਸੀਂ ਉਹਨੂੰ ਸਕਸ਼ਨ ਕਰ ਲੈਂਦੇ ਹਾਂ ਖੂਨ ਪਤਲਾ ਕਰਨ ਦੀ ਦਵਾਈ ਦਿੰਦੇ ਹਾਂ ਤਾਂ ਮਰੀਜ਼ ਨੂੰ ਸਟੈਂਟ ਦੀ ਲੋੜ ਨਹੀਂ ਪੈਂਦੀ ਜੀ। ਫਿਰ ਜਿੱਦਾਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਕਈ ਪੇਸ਼ੈਂਟਸ ਨੇ ਉਹਨਾਂ ਨੂੰ ਇਕੱਲੀ ਦਵਾਈਆਂ ਨਾਲ ਸਰ ਜਾਂਦਾ ਹੈ ਬਟ ਜਿੱਥੇ ਸਟੈਂਟ ਦੀ ਜ਼ਰੂਰਤ ਹੈ ਜਿਹੜੀ ਨਸ ਇੱਕ ਵਾਰੀ 95% ਬੰਦ ਹੋ ਗਈ ਚਿਕਨਾਈ ਤੇ ਕਲੌਟ ਦੋਵਾਂ ਨਾਲ ਮਿਲ ਕੇ ਤਾਂ ਬਹੁਤ ਘੱਟ ਚਾਂਸ ਹੈ ਕਿ ਅੱਗੇ ਚੱਲ ਕੇ ਉਹ 95 ਤੋਂ ਵਾਪਸ 0 ਜਾਂ 10 ਜਾਂ 20 ਹੋ ਜਾਏ। ਤਾਂ ਉਹਨੂੰ ਸਟੈਂਟਿੰਗ ਕਰਵਾ ਕੇ ਰੈਗੂਲਰ ਆਪਣੀ ਮੈਡੀਸਿਨ ਖਾ ਕੇ ਵੀ ਕੈਨ ਕੰਟੀਨਿਊ ਆਵਰ ਹੈਲਦੀ ਲਾਈਫ। ਇੱਕ ਡਾਕਟਰ ਸਾਹਿਬ ਜੇ ਸਟੈਂਟਿੰਗ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਹੋਰ ਕਿਹੜੇ ਜਿਹੜੇ ਹੈ ਹਾਰਟ ਰਿਲੇਟਡ ਬਿਮਾਰੀਆਂ ਦੇ ਵਿੱਚ ਪ੍ਰੋਸੀਜਰ ਯੂਜ਼ ਹੁੰਦੇ ਨੇ ਜਿਵੇਂ ਪੇਸਮੇਕਰ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਉਹ ਵੀ ਅੱਜ ਕੱਲ੍ਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਬਿਲਕੁਲ ਬਿਲਕੁਲ ਬਹੁਤ ਇੰਪੋਰਟੈਂਟ ਹੈਗਾ ਇਹ ਕਿ ਸਟੈਂਟਿੰਗ ਤੋਂ ਇਲਾਵਾ ਕਾਰਡੀਓਲੋਜਿਸਟ ਜਾਂ ਕਾਰਡੀਓਲੋਜੀ ਡਿਪਾਰਟਮੈਂਟ 'ਚ ਕਿਹੜੇ ਪ੍ਰੋਸੀਜਰਸ ਹੁੰਦੇ ਨੇ ਤਾਂ ਜਿਹੜੇ ਕਿ ਇੰਟਰਵੈਂਸ਼ਨ ਪ੍ਰੋਸੀਜਰਸ ਨੇ ਸਟੈਂਟਿੰਗ ਤੋਂ ਇਲਾਵਾ ਜਾਂ ਬਲੋਕੇजेस ਖੋਲ੍ਹਣ ਤੋਂ ਇਲਾਵਾ ਜੇ ਕਿਸੇ ਦੀ ਹਾਰਟ ਰੇਟ ਹੱਦ ਨਾਲੋਂ ਵੱਧ ਘੱਟ ਹੈ ਪੇਸ਼ੈਂਟ ਨੂੰ ਬਾਰ-ਬਾਰ ਬੇਹੋਸ਼ੀ ਹੋ ਰਹੀ ਹੈ ਤਾਂ ਉਸ ਪੇਸ਼ੈਂਟ ਨੂੰ ਪੇਸਮੇਕਰ ਦੀ ਲੋੜ ਹੁੰਦੀ ਹੈ ਤਾਂ ਅਸੀਂ ਉਹਦੇ ਵਿੱਚ ਪੇਸਮੇਕਰ ਵੀ ਲਗਾਉਂਦੇ ਹਾਂ। ਦੈਨ ਕਈ ਪੇਸ਼ੈਂਟਸ ਨੇ ਜਿਨ੍ਹਾਂ ਦੀ ਹਾਰਟ ਦੀ ਪੰਪਿੰਗ ਪਾਵਰ ਘੱਟ ਹੈ ਹੱਦ ਨਾਲੋਂ ਵੱਧ ਤਾਂ ਉਹਨਾਂ ਪੇਸ਼ੈਂਟਸ ਦੇ ਵਿੱਚ ਜਾਨਲੇਵਾ ਬਿਜਲੀ ਦੇ ਕਰੰਟ ਆਉਣ ਦੀ ਜਿਹਨੂੰ ਕਿ ਅਸੀਂ ਅਰਿਥਮੀਆ ਕਹਿੰਦੇ ਹਾਂ ਉਹ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਉਹਨਾਂ ਨੂੰ ICD ਦੀ ਲੋੜ ਹੁੰਦੀ ਹੈ ਜੋ ਕਿ ਇੱਕ ਤਰ੍ਹਾਂ ਦੀ ਛੋਟੀ ਜੀ ਸ਼ੌਕ ਦੀ ਮਸ਼ੀਨ ਪੇਸ਼ੈਂਟ ਦੇ ਵਿੱਚ ਫਿੱਟ ਕੀਤੀ ਜਾਂਦੀ ਹੈ ਔਰ ਉਹ ਪੇਸ਼ੈਂਟਸ ਦੀ ਲਾਈਫ ਬਚਾਉਣ ਦੇ ਕੰਮ ਆਉਂਦੇ ਨੇ। ਤੀਸਰਾ ਬਹੁਤ ਸਾਰੇ ਪੇਸ਼ੈਂਟ ਜਿਨ੍ਹਾਂ ਦੇ ਵਿੱਚ ਪੰਪਿੰਗ ਪਾਵਰ ਘੱਟ ਜਾਂਦੀ ਹੈ ਉਹਦੇ 'ਚ ਇੱਕ ਨਿਊ ਡਿਵਾਈਸ ਆਇਆ ਹੈ ਜੋ ਕਿ CRT ਨਾਮ ਤੋਂ ਹੈ ਜਿਹੜੇ ਕਿ ਹਾਰਟ ਦੇ 4 ਚੈਂਬਰਸ ਨੇ ਉਹ ਆਪਸ 'ਚ ਸਿੰਕ ਹੋ ਕੇ ਨਹੀਂ ਚੱਲ ਰਹੇ ਹੁੰਦੇ ਉਹਨਾਂ ਦੀ ਹਾਰਟ ਦੀ ਬਿਮਾਰੀ ਦੇ ਕਾਰਨ ਉਹਨਾਂ ਨੂੰ ਦੁਬਾਰਾ ਰੀਸਿੰਕ ਕਰਨ ਵਾਸਤੇ ਅਸੀਂ CRT ਜੋ ਕਿ ਕਾਰਡਿਕ ਰੀਸਿੰਕਰੋਨਾਈਜੇਸ਼ਨ ਥੈਰੇਪੀ ਹੈ ਉਹ ਡਿਵਾਈਸ ਅਸੀਂ ਹੀਲਿੰਗ ਹਸਪੀਟਲ ਦੇ ਵਿੱਚ ਸਕਸੈਸਫੁਲੀ ਕਾਫੀ ਪੇਸ਼ੈਂਟਸ ਦੇ ਵਿੱਚ ਲਗਾ ਚੁੱਕੇ ਹਾਂ। ਸੋ ਥੀਸ ਆਰ ਦਾ ਮੇਜਰ ਪ੍ਰੋਸੀਜਰ। ਇਹਦੇ ਨਾਲ ਜੋ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪੈਰੀਫਲ ਐਂਜੀਓਪਲਾਸਟੀ ਕਰੋਟਿਡ ਐਂਜੀਓਪਲਾਸਟੀ ਇਹ ਸਭ ਪ੍ਰੋਸੀਜਰਸ ਅਸੀਂ ਕਾਰਡੀਓਲੋਜੀ ਡਿਪਾਰਟਮੈਂਟ ਦੇ ਅੰਡਰ ਹੀਲਿੰਗ ਹਸਪੀਟਲ ਸੈਕਟਰ 34 ਚੰਡੀਗੜ੍ਹ ਦੇ ਵਿੱਚ ਪਰਫਾਰਮ ਕਰਦੇ ਹਾਂ। ਇੱਕ ਡਾਕਟਰ ਸਾਹਿਬ ਤੁਸੀਂ ਹਾਰਟ ਰੇਟ ਦੀ ਗੱਲ ਕਰੀਏ ਹਾਰਟ ਰੇਟ ਵੇਰੀ ਕਰਦਾ ਕਿ ਪਰਸਨ ਟੂ ਪਰਸਨ ਕਿਉਂਕਿ ਆਮ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਕਿ ਕਈ ਵਾਰ ਕੀ ਹੁੰਦਾ ਕਈ ਲੋਕ ਕਹਿੰਦੇ ਨੇ ਕਿ ਹਾਰਟ ਰੇਟ ਇਹਦਾ ਤਾਂ ਜ਼ਿਆਦਾ ਹੀ ਰਹਿੰਦਾ ਹੈਗਾ ਇਹ ਕੋਈ ਸਪੈਸੀਫਿਕ ਕੋਈ ਇਹਦਾ ਕਿਉਂਕਿ ਵੈਸੇ ਆਪਾਂ ਪੜ੍ਹਿਆ ਹੈਗਾ ਕਿ ਲਗਾਤਾਰ ਜੇ ਆਪਾਂ ਸ਼ੁਰੂ ਤੋਂ ਲੈ ਕੇ ਗੱਲ ਕਰੀਏ ਪੜ੍ਹਦੇ ਆਏ ਹਾਂ ਕਿਤਾਬਾਂ ਦੇ ਵਿੱਚ ਕਿ ਇੰਨਾ ਹਾਰਟ ਰੇਟ ਜਿਹੜਾ ਉਹ ਨੋਰਮਲ ਰਹਿੰਦਾ ਇਦੋਂ ਜ਼ਿਆਦਾ ਹੋਵੇ ਤਾਂ ਉਹ ਰਿਸਕੀ ਹੋ ਜਾਂਦਾ ਪਰ ਕਈ ਵਾਰ ਆਪਾਂ ਦੇਖਿਆ ਕਿ ਕਈ ਲੋਕਾਂ ਦਾ ਹਾਰਟ ਰੇਟ ਜਿਹੜਾ ਨੈਚੁਰਲੀ ਬਹੁਤ ਜ਼ਿਆਦਾ ਹੁੰਦਾ ਅਤੇ ਉਹਨਾਂ ਦੀ ਉਮਰ ਵੀ ਬਹੁਤ ਲੰਘ ਜਾਂਦੀ ਆ ਉਹ 70-80 ਸਾਲ ਦੇ ਹੋ ਕੇ ਜਿਹੜਾ ਆਪਣੀ ਉਮਰ ਗੁਜ਼ਾਰ ਲੈਂਦੇ ਅਤੇ ਹਾਰਟ ਰੇਟ ਉਹਨੂੰ ਬਹੁਤ ਜ਼ਿਆਦਾ ਹੁੰਦਾ। ਦੇਖੋ ਜੋ ਮੈਡੀਕਲ ਸਾਇੰਸ ਜਾਂ ਮੈਡੀਕਲ ਕਾਰਡੀਓਲੋਜੀ ਦੇ ਵਿੱਚ ਜੋ ਹਾਰਟ ਰੇਟ ਨਾਰਮਲ ਪਾਇਆ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ
ਜੋ ਅਸੀਂ ਪਲਸ ਨਬਜ਼ ਚੈੱਕ ਕਰਦੇ ਹਾਂ ਤਾਂ ਉਹ 60 ਤੋਂ 100 ਹੈ, ਮਿਨੀਮਮ 60 ਮੈਕਸਿਮਮ 100। ਸੋ ਕਈ ਪੇਸ਼ੈਂਟ ਸਾਡੇ ਕੋਲ ਵੀ ਆਉਂਦੇ ਨੇ ਕਿ ਉਹਨਾਂ ਦਾ ਹਾਰਟ ਰੇਟ 98 ਹੈ, ਸਰ 98 ਹੀ ਰਹਿੰਦਾ, ਤਾਂ ਨਾਰਮਲ ਵੀ ਰਹਿੰਦੇ ਨੇ। ਤਾਂ ਈਵਨ ਮੈਂ ਇੱਥੇ ਦੱਸਣਾ ਚਾਹੂੰਗਾ ਕਿ 60 ਵੀ ਨਾਰਮਲ ਹੈ ਤੇ 100 ਵੀ ਨਾਰਮਲ ਹੈ ਜੀ। ਸੋ 98 ਨੂੰ ਤੁਸੀਂ ਜ਼ਿਆਦਾ ਨਹੀਂ ਲੈ ਕੇ ਚੱਲਣਾ ਜੀ ਜੀ, ਠੀਕ ਹੈ, ਕੁਦਰਤ ਵੱਲੋਂ ਉਹਦਾ ਬੇਸਲਾਈਨ ਹਾਰਟ ਰੇਟ ਹੀ ਜਿਹੜਾ ਹੈਗਾ ਉਹ 98 ਹੈ, ਦੈਟ ਇਜ਼ ਨਾਰਮਲ। ਪਰ 100 ਤੋਂ ਵੱਧ ਅਗਰ ਹਾਰਟ ਰੇਟ ਹੈ ਤਾਂ ਉਹਨੂੰ ਚੈੱਕ ਕਰਨਾ ਜ਼ਰੂਰੀ ਹੈ ਜੀ ਕਿ ਉਹ ਕਈ ਪੇਸ਼ੈਂਟ ਨੂੰ ਥਾਇਰਾਇਡ ਦੀ ਡਿਜ਼ੀਜ਼ ਨਿਕਲਦੀ ਹੈ ਜਾਂ ਆਪਣੇ ਤੁਸੀਂ ਡਾਕਟਰ ਨੂੰ ਚੈੱਕ ਕਰਾਓ ਕਿ ਕੋਈ ਰਿਵਰਸੀਬਲ ਕਾਜ਼ ਨਾ ਹੋਵੇ। ਇਸੇ ਤਰੀਕੇ ਨਾਲ 60 ਤੋਂ ਨੀਚੇ ਅਗਰ ਹਾਰਟ ਰੇਟ ਜਾਂਦਾ ਹੈ, ਕਈ ਬਜ਼ੁਰਗ ਨੇ ਉਹਨਾਂ ਦੇ ਵਿੱਚ ਉਮਰ ਦੇ ਤਕਾਜ਼ੇ ਨਾਲ ਇਹ ਹਾਰਟ ਰੇਟ 50 ਤੱਕ ਚਲਾ ਜਾਂਦਾ ਹੈ, ਲੇਕਿਨ ਹੱਦ ਨਾਲੋਂ ਵੱਧ ਅਗਰ ਨੀਚੇ ਜਾਏ ਤਾਂ ਉਹ ਇੱਕ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਬਣ ਜਾਂਦੀ ਹੈ। ਸੋ ਉਹਨੂੰ ਪ੍ਰੀਵੈਂਟ ਕਰਨ ਲਈ ਇਹਨਾਂ ਦੋਨਾਂ ਲਿਮਿਟਸ ਤੋਂ ਅਗਰ ਬਾਹਰ ਹੈ ਤਾਂ ਆਪਣੇ ਕਾਰਡੀਓਲੋਜਿਸਟ ਨੂੰ ਜਾਂ ਆਪਣੇ ਫਿਜ਼ੀਸ਼ੀਅਨ ਨੂੰ ਜ਼ਰੂਰ ਚੈੱਕ ਕਰਾਓ ਤੇ ਕਾਰਨ ਲੱਭਣ ਦੀ ਕੋਸ਼ਿਸ਼ ਕਰੋ। ਇੱਕ ਜਾਂਦਿਆਂ ਦੇ ਮੈਂ ਕਹੂੰਗਾ ਡਾਕਟਰ ਸਾਹਿਬ ਥੋੜਾ ਪੇਸ਼ੈਂਟ ਬਾਰੇ ਵੀ ਦੱਸੋ ਸੀ ਕਿ ਕਿੱਥੋਂ ਤੱਕ ਤੁਹਾਡੇ ਕੋਲ ਪੇਸ਼ੈਂਟ ਆਏ ਨੇ, ਔਰ ਕੋਈ ਇੱਦਾਂ ਦਾ ਕੇਸ ਜਿਹੜਾ ਤੁਹਾਨੂੰ ਅੱਜ ਵੀ ਯਾਦ ਹੋਵੇ ਜਾਂ ਤੁਸੀਂ ਰੋਸਟ ਕੇਸ ਸੀ ਉਹ ਤੁਸੀਂ ਜਿਹੜਾ ਸੋਲਵ ਕੀਤਾ ਹੋਵੇ ਤੇ ਉਹ ਅੱਜ ਤੰਦਰੁਸਤ ਨੇ। ਮੈਂ ਜਾਣਦਾ ਕਿ ਮੇਰਾ ਇੱਕ ਪੇਸ਼ੈਂਟ ਸੀਗੇ, ਉਹ ਮੇਰੇ ਕੋਲੇ ਰੈਗੂਲਰਲੀ ਆਪਣੇ ਬੇਟੇ ਦਾ ਚੈੱਕਅਪ ਤੇ ਆਪਣਾ ਚੈੱਕਅਪ ਕਰਵਾਉਣ ਲਈ ਪਿਛਲੇ 2 ਸਾਲ ਤੋਂ ਹਰ ਸਾਲ 6 ਮਹੀਨਿਆਂ ਬਾਅਦ ਮੇਰੇ ਕੋਲ ਆਉਂਦੇ ਸੀਗੇ ਤੇ ਆਪਣਾ ECG ਈਕੋ ਹਾਰਟ ਦਾ ਚੈੱਕਅਪ ਕਰਵਾ ਕੇ ਜਾਂਦੇ ਸੀਗੇ। ਐਂਡ ਵਨ ਡੇ ਉਹ ਕੋਈ ਫੰਕਸ਼ਨ ਤੇ ਆਏ ਹੋਏ ਸੀਗੇ ਚੰਡੀਗੜ੍ਹ ਐਂਡ ਰਾਤ ਦੇ ਕੁਝ 12:30 1 ਵਜੇ ਉਹਨਾਂ ਨੂੰ ਚੈਸਟ ਪੇਨ ਹੋਇਆ ਐਂਡ ਹੀ ਗੇਵ ਅ ਕਾਲ ਟੂ ਮੀ, ਉਹਨਾਂ ਦੀ ਕਾਲ ਆਈ ਮੈਨੂੰ ਤੇ ਵੈਨ ਹੀ ਰੀਚਡ ਹਸਪੀਟਲ ਤਾਂ ਰਸਤੇ ਵਿੱਚ ਉਹ ਇੱਕ ਤਰ੍ਹਾਂ ਦੀ ਆਪ ਦੀ ਜਾਨ ਗਵਾ ਚੁੱਕੇ ਸੀਗੇ ਔਰ ਉਹ ਪਿੱਛੋਂ ਸੋਨੀਪਤ ਦੇ ਰਹਿਣ ਵਾਲੇ ਨੇ, ਉਹ ਰੈਗੂਲਰਲੀ ਮੇਰੇ ਕੋਲ ਆਉਂਦੇ ਸੀਗੇ। ਤਾਂ ਉਹਨਾਂ ਨੇ ਮੈਨੂੰ ਕਾਲ ਕੀਤਾ, ਅਸੀਂ ਉਹਨਾਂ ਨੂੰ ਐਮਰਜੈਂਸੀ 'ਚ ਬੁਲਾਇਆ ਸੀਗਾ ਤੇ ਵੈਨ ਹੀ ਵਾਸ ਬ੍ਰੌਡ ਹੀ ਵਾਸ ਆਲਮੋਸਟ ਡੈਡ। ਤਾਂ ਅਸੀਂ ਉਹਨਾਂ ਨੂੰ ਰਿਕਵਰ ਕਰਨ ਲਈ CPR ਕੀਤਾ, ਵੈਂਟੀਲੇਟਰ ਦੇ ਲਿੱਤਾ ਐਂਡ ਸਕਸੈਸਫੁਲੀ ਜਦੋਂ ਅਸੀਂ ਉਹਨਾਂ ਨੂੰ ਟਰੀਟ ਕਰਕੇ ਸਟੈਂਟਿੰਗ ਕਰਕੇ ਅਸੀਂ ਉਹਨਾਂ ਨੂੰ ਘਰ ਵਾਪਸ ਭੇਜਿਆ ਕੰਪਲੈਕਸ ਸਟੈਂਟਿੰਗ ਕਰਕੇ। ਤਾਂ ਅੱਜ 2 ਸਾਲ ਹੋ ਗਏ ਨੇ ਉਹਨਾਂ ਨੂੰ ਇਹ ਪ੍ਰੋਸੀਜਰ ਕਰਵਾਏ। ਐਵਰੀ 3 ਮੰਥਸ ਮੇਰੇ ਕੋਲ ਫੋਲੋਅਪ ਲਈ ਮੇਰੇ ਕੋਲ ਚਾਹੇ ਉਹ ਮੇਰੇ ਕੋਲ ਫੋਲੋਅਪ ਲਈ ਟੈਲੀਫੋਨਿਕਲੀ ਟੈਲੀਮੈਡੀਸਨ ਨਾਲ ਮੇਰੇ ਕੋਲ ਕਨੈਕਟ ਹੁੰਦੇ ਨੇ। ਸਾਡੇ ਹਸਪੀਟਲ ਦੇ ਵੱਲੋਂ ਇਹ ਸੁਵਿਧਾ ਦਿੱਤੀ ਜਾਂਦੀ ਹੈ ਕਿ ਕੋਈ ਵੀ ਪੇਸ਼ੈਂਟ ਅਗਰ ਕੰਪਲੈਕਸ ਕੇਸ ਕਰਾ ਕੇ ਗਿਆ, ਪ੍ਰੋਸੀਜਰ ਕਰਵਾ ਕੇ ਗਿਆ, ਡਿਸਚਾਰਜ ਹੋ ਕੇ ਗਿਆ ਤਾਂ ਜੇ ਉਹ ਆ ਸਕਦਾ ਹੈ ਤਾਂ ਗੁੱਡ ਰੈਗੂਲਰ ਇੰਟਰਵਲਸ ਤੇ, ਅਗਰ ਉਹ ਨਹੀਂ ਵੀ ਆ ਸਕਦਾ ਤਾਂ ਦੈਨ ਵੀ ਆਰ ਪ੍ਰੋਵਾਈਡਿੰਗ ਟੈਲੀਮੈਡੀਸਨ ਸਰਵਿਸਿਜ਼। ਤਾਂ ਟੈਲੀਮੈਡੀਸਨ ਦੇ ਰਾਹੀਂ ਅਸੀਂ ਉਹਦਾ ਫੋਲੋਅਪ ਕਰਦੇ ਹਾਂ ਐਂਡ ਆਡੀਓ ਜਾਂ ਵੀਡੀਓ ਕੰਸਲਟੇਸ਼ਨ ਦੇ ਨਾਲ। ਐਂਡ ਜੋ ਮੈਂ ਪੇਸ਼ੈਂਟ ਤੁਹਾਨੂੰ ਦੱਸ ਰਿਹਾ ਸੀ ਉਹ ਮੇਰੇ ਕੋਲੇ ਲਾਸਟ ਮੰਥ ਹੀ ਵਾਸ ਵਿਦ ਮੀ ਵਿਦ ਹਿਸ ਫੁੱਲ ਫੈਮਿਲੀ, ਸਿਰਫ ਥੈਂਕਸ ਕਰਨ ਲਈ ਕਿ ਉਹਨਾਂ ਨੂੰ 2 ਸਾਲ ਹੋ ਗਏ ਸੀਗੇ ਕਿ ਉਹ ਇਹ ਲੈ ਕੇ ਚੱਲਦੇ ਨੇ ਕਿ ਸਾਨੂੰ ਸੈਕਿੰਡ ਲਾਈਫ ਦਿੱਤੀ ਹੈ। ਤਾਂ ਮੈਂ ਉਹਨਾਂ ਨੂੰ ਵੀ ਇਹ ਕਹਿਣਾ, ਆਪਣੇ ਬਾਕੀ ਮਰੀਜ਼ਾਂ ਨੂੰ ਵੀ ਇੱਕੋ ਗੱਲ ਕਹਿਣਾ ਕਿ ਲਾਈਫ ਦੇਣਾ ਜਾਂ ਲਾਈਫ ਲੈਣਾ ਇਹ ਰੱਬ ਦੇ ਵੱਸ 'ਚ ਹੈ, ਬਟ ਐਜ਼ ਅ ਡਾਕਟਰ ਮੈਂ ਆਪਣੀ ਡਿਊਟੀ ਪਰਫਾਰਮ ਕਰ ਰਿਹਾ, ਆਪਣੀ ਰਿਸਪੌਂਸਿਬਿਲਿਟੀ ਪਰਫਾਰਮ ਕਰ ਰਿਹਾ। ਹਸਪੀਟਲ ਹੀਲਿੰਗ ਹਸਪੀਟਲ ਆਪਣੀ ਡਿਊਟੀ ਪਰਫਾਰਮ ਕਰ ਰਿਹਾ ਵਧੀਆ ਟ੍ਰੀਟਮੈਂਟ ਦੇ ਕੇ। ਤਾਂ ਪੇਸ਼ੈਂਟ ਆਪਣਾ ਖਿਆਲ ਰੱਖ ਕੇ ਅਗਰ ਉਹਨੂੰ ਬਿਮਾਰੀ ਹੈ ਤਾਂ ਆਪਣਾ ਰੈਗੂਲਰ ਫੋਲੋਅਪ ਕਰਕੇ ਆਪਣਾ ਟ੍ਰੀਟਮੈਂਟ ਕਰਕੇ ਉਹ ਆਪਣੀ ਡਿਊਟੀ ਨਿਭਾਏ। ਲਾਸਟ ਕੁਐਸਚਨ ਡਾਕਟਰ ਸਾਹਿਬ ਕਿ ਹਰ ਚੈਸਟ ਪੇਨ ਹਾਰਟ ਫੇਲਿਅਰ ਦਾ ਸਿੰਬਲ ਹੁੰਦੀ ਹੈ ਜਾਂ ਹਾਊ ਵੀ ਕੈਨ ਡਿਫਰੈਂਸ਼ੀਏਟ? ਦੇਖੋ ਚੈਸਟ ਪੇਨ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਕਿ ਚੈਸਟ ਪੇਨ ਜਦੋਂ ਵੀ ਹਾਰਟ ਅਟੈਕ ਵਾਲੀ ਹੋਏਗੀ ਤਾਂ ਉਹ ਛਾਤੀ ਦੇ ਪੂਰੇ ਸਾਈਡ ਤੇ ਹੋਏਗੀ, ਉਹ ਲੈਫਟ ਸਾਈਡ ਤੇ ਹੋਏਗੀ ਜਾਂ ਸੈਂਟਰ ਆਫ ਦਾ ਚੈਸਟ 'ਚ ਹੋਏਗੀ ਜਾਂ ਕਈ ਵਾਰੀ ਉਹ ਗਰਦਨ ਨੂੰ ਜਾਂ ਜੌ ਵੱਲ ਵੀ ਜਾਂਦੀ ਹੈ ਜਾਂ ਬਾਜ਼ੂ ਵੱਲ ਵੀ ਜਾਂਦੀ ਹੈ ਜਾਂ ਫਿਰ ਰਾਈਟ ਆਰਮ 'ਚ ਵੀ ਕਈ ਕੇਸਿਸ ਦੇਖਿਆ ਗਿਆ ਉਹ ਜਾਂਦੀ ਹੈ। ਲੇਕਿਨ ਜੋ ਇਹਦਾ ਅਗੇਂਸਟ ਜਾਂਦਾ, ਅਗਰ ਕਿਸੇ ਪੇਸ਼ੈਂਟ ਨੂੰ ਇੱਕ ਉਂਗਲੀ ਲਗਾ ਕੇ ਦੱਸਣ ਲਈ ਕਿਹਾ ਜਾਏ ਕਿ ਤੂੰ ਪੇਨ ਦੱਸ ਕਿੱਥੇ ਹੈ, ਅਗਰ ਉਹਨੂੰ ਪਿਨ ਪੁਆਇੰਟ ਕਰ ਪਾ ਰਿਹਾ ਜਾਂ ਉਂਗਲੀ ਲਗਾ ਕੇ ਦੱਸ ਪਾ ਰਿਹਾ ਕਿ ਕਿੱਥੇ ਪੇਨ ਹੈ ਤਾਂ ਬਹੁਤ ਘੱਟ ਚਾਂਸਿਸ ਹੈ ਕਿ ਉਹ ਹਾਰਟ ਦੀ ਪੇਨ ਹੋ। ਲੇਕਿਨ ਅਗਰ ਉਹ ਪੂਰੀ ਛਾਤੀ ਵਿੱਚ ਹੈ, ਸੈਂਟਰ, ਰਾਈਟ, ਲੈਫਟ, ਸੱਜੇ ਖੱਬੇ, ਸੱਜੀ ਖੱਬੀ ਬਾਂਹ ਦੇ ਵਿੱਚ ਹੋ ਰਹੀ ਹੈ ਤਾਂ ਲੈ ਕੇ ਚੱਲੋ ਕਿ ਅਪਰ ਬੋਡੀ ਕਹਿ ਸਕਦੇ ਆਪਾਂ ਉਹ ਹਾਂ ਆਲਮੋਸਟ ਪੂਰੀ ਚੈਸਟ, ਪੂਰੀ ਛਾਤੀ 'ਚ, ਬਾਹਾਂ 'ਚ ਜਾਂ ਜਬਾੜੇ ਵੱਲ ਉਹ ਜਾ ਰਹੀ ਹੈ ਤਾਂ ਇਹ ਲੈ ਕੇ ਚੱਲੋ ਕਿ ਇਹ ਇੱਕ ਤਰ੍ਹਾਂ ਦੀ ਐਮਰਜੈਂਸੀ ਚੈਸਟ ਪੇਨ ਹੈ, ਇਹਨੂੰ ਇਗਨੋਰ ਨਹੀਂ ਕਰਨਾ। ਇਹੀ ਦਰਦ ਅਗਰ ਤੁਰਨ ਫਿਰਨ ਤੇ ਵੱਧ ਰਹੀ ਹੈ ਤੇ ਰੈਸਟ ਤੇ ਠੀਕ ਹੋ ਰਹੀ ਹੈ ਉਹ ਵੀ ਹਾਰਟ ਵੱਲ ਹੀ ਜਾਂਦੀ ਹੈ। ਇਹ ਦਰਦ ਅਗਰ ਨਾਲ ਗੈਸ ਲੈ ਕੇ ਆਉਂਦੀ ਹੈ
ਉਹ ਵੀ ਹਾਰਟ ਵੱਲ ਜਾਂਦੀ ਹੈ। ਜੀ ਸੋ ਇਹਨਾਂ ਸਟਲ ਸਿੰਪਟਮਸ ਨੂੰ ਇਗਨੋਰ ਨਹੀਂ ਕਰਨਾ ਹੈ। ਇਹਨਾਂ ਸਟਲ ਸਿੰਪਟਮਸ ਦਾ ਨਾਲ ਦੀ ਨਾਲ ਤੁਸੀਂ ਇਲਾਜ ਆਪਣੇ ਕਾਰਡੀਓਲੋਜਿਸਟ ਕੋਲੇ ਜਾਂ ਐਮਰਜੈਂਸੀ 'ਚ ਜਾ ਕੇ ਚੈੱਕਅਪ ਕਰਵਾਉਣਾ। ਇੱਕ ਡਾਕਟਰ ਸਾਹਿਬ ਜੇ ਆਪਾਂ ਗੱਲ ਕਰਦੇ ਹਾਂ ਖਰਚੇ ਦੀ, ਕਿਉਂਕਿ ਆਮ ਬੰਦਾ ਜੇ ਕੋਈ ਹਾਰਟ ਦਾ ਮਰੀਜ਼ ਹੈ ਤਾਂ ਉਹ ਜਾਂਦਾ ਸਰਕਾਰੀ ਵੱਲ, ਫਿਰ ਸਰਕਾਰੀ ਵੱਲ ਜਾ ਕੇ ਬਾਅਦ 'ਚ ਉਹ ਬਲੇਮ ਵੀ ਬਹੁਤ ਕਰਦਾ ਹੈ ਕਿ ਜਲਦੀ ਟਰਨ ਨਹੀਂ ਆਉਂਦੀ ਉਹਦੀ, ਜਾਂ ਬਹੁਤ ਲੰਮਾ ਪ੍ਰੋਸੀਜਰ ਪੈ ਜਾਂਦਾ ਹੈਗਾ, ਉਹ ਤਾਂ ਕਿਹੜਾ ਰੋਸਟ ਕੰਡੀਸ਼ਨ ਹੋ ਜਾਂਦੀ ਹੈ ਪੇਸ਼ੈਂਟ ਦੀ। ਪਰ ਪ੍ਰਾਈਵੇਟ ਵੱਲ ਕਿਉਂ ਆਵੇ ਬੰਦਾ, ਕਿਉਂ ਪੇਸ਼ੈਂਟ ਜਿਹੜਾ ਪ੍ਰਾਈਵੇਟ ਦੇ ਵਿੱਚ ਜਾਵੇ? ਕਿਉਂਕਿ ਸਰਕਾਰੀ ਤੇ ਪ੍ਰਾਈਵੇਟ ਦੇ ਵਿੱਚ ਉਹ ਪੈਸਿਆਂ ਹਿਸਾਬ ਕਿਤਾਬ ਲਾਉਣ ਲੱਗ ਜਾਂਦਾ। ਜੇ ਆਪਾਂ ਤੁਹਾਡੇ ਹਸਪੀਟਲ ਦੀ ਗੱਲ ਕਰੀਏ, ਹੀਲਿੰਗ ਹਸਪੀਟਲ ਦੀ ਗੱਲ ਕਰੀਏ, ਤਾਂ ਕਿਹੜੇ ਬੋਨਸ ਜਿਹੜੇ ਹੈ ਉਹ ਤੁਸੀਂ ਪੇਸ਼ੈਂਟ ਲਈ ਲੈ ਕੇ ਆਏ ਹੋ, ਜਾਂ ਫਿਰ ਕਿਹੜੀਆਂ ਅਜਿਹੀਆਂ ਸਕੀਮਾਂ ਤੁਸੀਂ ਪੇਸ਼ੈਂਟ ਦੇ ਲਈ ਲੈ ਕੇ ਆਏ ਹੋ ਜਿਹੜੇ ਕੋਈ ਹਾਰਟ ਦੇ ਮਰੀਜ਼ ਨੇ ਜਾਂ ਕੋਈ ਵੀ ਸਟੈਂਟਸ ਹੋਣ ਜਾਂ ਕੋਈ ਵੀ ਉਹਨਾਂ ਨੂੰ ਹਾਰਟ ਦੇ ਰਿਗਾਰਡਿੰਗ ਜਿਹੜੀ ਪ੍ਰੋਬਲਮ ਹੈ ਉਹ ਇਲਾਜ ਕਰਾ ਸਕਣ? ਬਿਲਕੁਲ ਸਰ, ਇਹ ਜੋ ਸਾਡਾ ਜਿਸ ਹਸਪੀਟਲ 'ਚ ਮੈਂ ਕੰਮ ਕਰ ਰਿਹਾ ਹੀਲਿੰਗ ਹਸਪੀਟਲ ਦੇ ਵਿੱਚ, ਇਹ ਚੰਡੀਗੜ੍ਹ ਦਾ ਇੱਕ ਪ੍ਰਾਈਵੇਟ ਹਸਪੀਟਲ ਦੇ ਨਾਲ ਜੋ ਇਹਦੀ ਮੈਨੇਜਮੈਂਟ ਹੈ, ਜੋ ਇਹਨਾਂ ਦਾ ਵਧੀਆ ਪਾਰਟ ਹੈ, ਇਹਨਾਂ ਨੇ ਅੰਡਰ ਵਨ ਰੂਫ ਆਲਮੋਸਟ ਹਰ ਤਰ੍ਹਾਂ ਦੀ ਮੈਡੀਕਲ ਇੰਸ਼ੋਰੈਂਸ ਦੇ ਜਿਹੜੇ TPAs ਨੇ ਉਹ ਅਵੇਲੇਬਲ ਕੀਤੇ ਹੋਏ ਨੇ। CGHS ਸੈਂਟਰਲ ਗਵਰਨਮੈਂਟ EMPLOYEES ਜੋ ਕਿ ਆਪਣੇ ਹਰਿਆਣਾ, ਹਿਮਾਚਲ, ਪੰਜਾਬ, ਜੰਮੂ ਕਸ਼ਮੀਰ ਵਾਲੀ ਸਾਈਡ ਤੇ ਹਰ ਜਗ੍ਹਾ ਸਾਨੂੰ ਸੈਂਟਰਲ ਗਵਰਨਮੈਂਟ ਦੇ ਬੈਨੀਫੀਸ਼ਰੀ ਮਿਲ ਜਾਣਗੇ, ਜੋ ਕਿ ਇੰਪੋਰਟੈਂਟ ਪੇਸ਼ੈਂਟ ਚੰਕ ਮੈਟਰ ਕਰਦੇ ਨੇ। ਸੋ ਉਹ ਵਾਲੇ ਪੇਸ਼ੈਂਟਸ, ਹਰਿਆਣਾ ਗਵਰਨਮੈਂਟ ਦੇ ਪੇਸ਼ੈਂਟਸ, ਹਿਮਾਚਲ ਗਵਰਨਮੈਂਟ ਦੇ ਪੇਸ਼ੈਂਟਸ, ਇਹ ਸਾਰੀਆਂ ਫੈਸਿਲਿਟੀਆਂ ਕੈਸ਼ਲੈਸ ਅਵੇਲੇਬਲ ਕੀਤੀਆਂ ਹੋਈਆਂ ਹੀਲਿੰਗ ਹਸਪੀਟਲ ਨੇ ਪੇਸ਼ੈਂਟਸ ਵਾਸਤੇ। ਉਹਦੇ ਨਾਲ ਅਗਰ ਮੈਂ ਤੁਹਾਨੂੰ ਦੱਸਾਂ ਕਿ ਗਵਰਨਮੈਂਟ ਦੀ ਜਿਹੜੀ ਮੇਜਰ ਸਕੀਮ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਬਿਲਕੁਲ ਸਰ ਗਰੀਬ ਪੇਸ਼ੈਂਟ ਲਈ ਕਈ ਪ੍ਰੋਸੀਜਰਸ ਨੂੰ ਅਫੋਰਡ ਕਰਨਾ ਪੋਸੀਬਲ ਨਹੀਂ ਹੈ। ਤਾਂ ਜਿਹੜਾ ਕਿ ਸਰਕਾਰਾਂ ਨੇ ਸਟਾਰਟ ਕੀਤਾ ਹੈ ਆਯੁਸ਼ਮਾਨ ਸਕੀਮ, ਅਸੀਂ ਉਹਨੂੰ ਵੀ ਕੇਟਰ ਔਨ ਕਰਦੇ ਹਾਂ, ਉਹ ਵਾਲੇ ਪੇਸ਼ੈਂਟਸ ਨੂੰ ਵੀ ਟਰੀਟ ਕਰਦੇ ਹਾਂ ਜੋ ਪ੍ਰੋਸੀਜਰਸ ਉਹਨਾਂ ਦੇ ਅੰਡਰ ਆਉਂਦੇ ਨੇ। ਪਲੱਸ ਕਈ ਵਾਰੀ ਸਾਡੇ ਕੋਲ ਕਈ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਿ ਸਾਨੂੰ ਖੁਦ ਨੂੰ ਵੀ ਲੱਗਦਾ ਕਿ ਇਹ ਆਯੁਸ਼ਮਾਨ ਡਿਜ਼ਰਵ ਕਰਦੇ ਨੇ, ਜਾਂ ਇਹ ਪੇਸ਼ੈਂਟ ਉਹਨਾਂ ਮਾਲੀ ਹਾਲਤ ਨਾਲ ਉਹ ਠੀਕ ਨਹੀਂ ਹੈ। ਉਹਨਾਂ ਪੇਸ਼ੈਂਟਸ ਦੇ ਕੇਸਿਸ ਦੇ ਵਿੱਚ ਅਗਰ ਉਹਨਾਂ ਕੋਲ ਆਯੁਸ਼ਮਾਨ ਕਾਰਡ ਨਹੀਂ ਹੈ ਜਾਂ ਕੋਈ ਹੋਰ ਬੈਨੀਫੀਸ਼ਰੀ ਸਕੀਮ ਨਹੀਂ ਹੈ, ਤਾਂ ਹਸਪੀਟਲਸ ਜਿਹੜਾ ਮੈਨੇਜਮੈਂਟ ਹੈ ਹੀਲਿੰਗ ਹਸਪੀਟਲ ਚੰਡੀਗੜ੍ਹ ਦੀ ਜਿਹੜੀ ਮੈਨੇਜਮੈਂਟ ਹੈ, ਇਹ ਮੈਨੇਜਮੈਂਟ ਨੇ EMI ਜੋ ਕਿ ਕਿਸ਼ਤਾਂ ਦੀ ਫੈਸਿਲਿਟੀ ਹੁੰਦੀ ਹੈ ਉਹ ਵੀ ਅਵੇਲੇਬਲ ਕੀਤੀ ਹੋਈ ਹੈ, ਤਾਂ ਕਿ ਮਰੀਜ਼ ਦਾ ਇਲਾਜ ਪੈਸੇ ਕਰਕੇ ਨਾ ਰੁਕੇ। ਸੋ ਦੇ ਮੇਕ ਸ਼ੋਰ ਇਹ ਕਿ ਮਰੀਜ਼ ਨੂੰ ਕਿਸੇ ਵੀ ਤਰੀਕੇ ਫਾਈਨੈਂਸ਼ੀਅਲੀ ਆਪਣੇ ਟ੍ਰੀਟਮੈਂਟ ਤੋਂ ਪਿੱਛੇ ਨਾ ਹਟਣਾ ਪਵੇ ਕਿ ਸਿਰਫ ਪੈਸਿਆਂ ਕਰਕੇ। ਔਰ ਅਗਰ ਕੋਈ ਪੇਸ਼ੈਂਟ ਆਪਣੀ ਪਾਕਟ ਤੋਂ ਵੀ ਪੈਸੇ ਖਰਚਦਾ, ਤਾਂ ਮੈਂ ਉਹਨਾਂ ਲਈ ਵੀ ਦੱਸਣਾ ਚਾਹੂੰਗਾ ਕਿ ਸਾਡੇ ਹਸਪੀਟਲ ਹੀਲਿੰਗ ਹਸਪੀਟਲ ਚੰਡੀਗੜ੍ਹ ਦੇ ਵਿੱਚ ਮੇਰੇ, ਕਿਉਂਕਿ ਇੱਕ ਤਾਂ ਇਹਦੀ ਲੋਕੇਸ਼ਨ ਜੋ ਕਿ ਬਿਲਕੁਲ ਹਾਰਟ ਆਫ ਚੰਡੀਗੜ੍ਹ ਦੇ ਵਿੱਚ ਹੈ, ਔਰ ਇਹ ਇੱਕ ਤਰ੍ਹਾਂ ਦਾ ਦਿੱਲੀ ਅੰਬਾਲਾ ਚੰਡੀਗੜ੍ਹ ਜਿਹੜਾ ਹਾਈਵੇ ਹੈ ਉਹਦੇ ਉੱਪਰ ਪੈਂਦਾ ਹੈ। ਰੋਡ ਜਿਹੜੀ ਇਹਦੀ ਹੈਗੀ ਆ ਬਿਲਕੁਲ ਉਹ ਹਾਈਵੇ ਦੇ ਉੱਪਰ ਪੈਂਦੀ ਹੈ। ਐਂਡ ਉਹਦੇ ਨਾਲ ਦਿਸ ਹਸਪੀਟਲ ਅਗਰ ਕੰਪੇਅਰ ਕਰੋਗੇ ਤੁਸੀਂ ਕਿਸੇ ਵੀ ਵੱਡੇ ਕਾਰਪੋਰੇਟ ਦੇ ਨਾਲ, ਤਾਂ ਆਲਮੋਸਟ ਜਿਹੜਾ ਇਹਨਾਂ ਦਾ ਪ੍ਰਾਈਸ ਸਟਰਕਚਰ ਹੈ ਉਹ ਹਾਫ ਹੈ। ਸੋ ਵਿਚ ਇਜ਼ ਆਲਸੋ ਗੁੱਡ ਥਿੰਗ। ਸੋ ਐਜ਼ ਅ ਡਾਕਟਰ ਮੇਰੇ ਲਈ ਵੀ ਵਧੀਆ ਲੱਗਦਾ ਮੈਨੂੰ ਆਪਣੇ ਮਰੀਜ਼ ਨੂੰ ਖੁੱਲ੍ਹ ਕੇ ਇਲਾਜ ਕਰਨਾ ਤੇ ਉਹਦਾ ਸਿਰਫ ਇਲਾਜ ਤੇ ਫੋਕਸ ਕਰਨਾ। ਐਂਡ ਜਿਹੜੀਆਂ ਇਹ ਵਾਲੀਆਂ ਸੇਵਾਵਾਂ ਇੰਸ਼ੋਰੈਂਸ, TPA, ਆਯੁਸ਼ਮਾਨ ਔਰ ਆਲਮੋਸਟ ਹਾਫ ਦਾ ਪ੍ਰਾਈਸ ਆਫ ਅਦਰ ਕਾਰਪੋਰੇਟਸ ਜੋ ਹਸਪੀਟਲ ਪ੍ਰੋਵਾਈਡ ਕਰ ਰਿਹਾ ਹੀਲਿੰਗ ਹਸਪੀਟਲ। ਸੋ ਦਿਸ ਕੌਨਫੀਡੈਂਸ ਇਜ਼ ਗਿਵਨ ਟੂ ਮਰੀਜ਼ਾਂ ਨੂੰ ਵੀ ਕੌਨਫੀਡੈਂਸ ਆਉਂਦਾ ਹੈ ਤੇ ਡਾਕਟਰ ਦਾ ਵੀ ਕੌਨਫੀਡੈਂਸ ਵੱਧਦਾ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਸਰ। ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਡਾਕਟਰ RP ਸਿੰਘ, ਜਿਨ੍ਹਾਂ ਨੇ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ। ਤੁਹਾਨੂੰ ਕਿਵੇਂ ਲੱਗੀ ਸਾਡੀ ਅੱਜ ਦੀ ਇਹ ਗੱਲਬਾਤ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦੇਣਾ। ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ TV ਨਾਲ।